कै संगत कर साधकी, कै हर कै गुण गाए। जो उपजो सो बिनस है, परो आज कै काल। नानक हर गुण गाए ले, छाड़ सगल जंजाल। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद। ए मन प्यारिया तू सदा सच संभाले। ए कुटुंब तू जे देखदा, चलै नहीं तेरे नाले। साथ तेरे चलै नहीं, साथ तेरे चलै नहीं। ए मन प्यारिया तू सदा सच संभाले। एक कुटुंब तू जे देखदा, चलै नहीं तेरे नाले। साथ तेरे चलै नहीं, तिस नाल क्यों चित लाइयै। ऐसा काम मूलै ना कीचे, जित अंत पछोताइयै। सतगुरु का उपदेश सुन तू, होवै तेरे नाले। कह नानक मन प्यारे, तू सदा सच संभाले। परम सन्मान योग गुरु प्यारी साध संगत जीओ, अज आपां सारे ही सरदार अमरजीत सिंह तिन्ना दे सपुत्र वीर पुष्पिंदर सिंह, जो 8 नवंबर नूं इस फानी दुनिया विचों सदा लई अकाल चलाना कर गए सन। तिन्हां दे संबंध विच अज दा इह गुरमत समागम सतगुरु जी की गोद विच सारे परिवार ने, रिश्तेदार, साख संबंधियां ने उलीकिया है, जिस विच आप जी ने बहुत प्यार नाल सतगुरु की पावन बाणी का कीर्तन सत्कारयोग भाई साहब होना के जथे पासों सरवण किया है। आओ कुछ समा गुरमत दीआं विचारां दे नाल सांझ पाईए, क्योंकि सतगुर का जो उपदेश है, चाहे साड़ी जिंदगी विच खुशी आवे, चाहे साड़ी जिंदगी विच कोई गमी आवे, घटना वापरे, असी हर मौके नूं गुरु की बाणी नूं समझ के चढ़दी कला विच किवें बतीत करना, ये उपदेश सानूं सतगुरु जी वल्लों बख्शिश कीता होया है। समाज मुताबक वेखीए तो बहुत वड्डी सट है। माँ बाप बड़ियां रीझां नाल बच्चियां नूं जवान करदे ने, पालदे ने। भुखे रह रह के माँ अपने दंदां नाल जवैन चित चित के बच्चों के मूँह च पाउंदी है। आप गिलियां थावां ते पै पै के बच्चे पाले जाते हैं, पर गल फिर उत्थे आण के निबड़दी है भी साडे अपने हत्थ वस कुछ नहीं। उस मालक दा हुणे ही वीरां नाल गल कर रहे सी कि भावें डेंगू वर्गी बीमारी है, भावें करोना की गल करिए, कई बारी 50-50, 60-60 साल के व्यक्ति भी इस बीमारी नाल जूझ के उहदे विचों बाहर आ जाते हैं। तो कई बारी जंग बिल्कुल घट उम्र दे, हुण जदों वीर पुष्पिंदर सिंह बारे पता लगा है भी उन्हां दी एज
29 ਕੁ ਸਾਲ ਦੇ ਕਰੀਬ ਹੈ। ਤੇ ਇਸੇ ਸਾਲ ਫਰਵਰੀ ਦੇ ਵਿੱਚ ਹੀ 8 ਫਰਵਰੀ ਨੂੰ ਉਹਨਾਂ ਦਾ 7 ਫਰਵਰੀ ਨੂੰ ਆਨੰਦ ਕਾਰਜ ਹੁੰਦਾ ਹੈ। ਤੇ ਉਹੀ ਦਿਨ ਹੈ, ਅਜੇ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ। ਇਹ ਸਾਡੇ ਇੱਕ ਪਰਿਵਾਰ ਲਈ ਨਹੀਂ, ਦੋਨਾਂ ਪਰਿਵਾਰਾਂ ਲਈ ਸਾਂਝੀ ਹੈ, ਕਿਉਂਕਿ ਜਿਸ ਪਰਿਵਾਰ ਦੀ ਧੀ ਇਸ ਪਰਿਵਾਰ 'ਚ ਆਈ ਹੈ। ਪਰ ਗੱਲ ਫਿਰ ਆਣ ਕੇ ਉੱਥੇ ਨਿਬੜਦੀ ਹੈ ਵੀ ਸਾਡੇ ਸਾਰਿਆਂ ਕੋਲ ਸਾਡੇ ਹੱਥ ਵੱਸ ਕੁਝ ਨਹੀਂ। ਅਸੀਂ ਉਸ ਮਾਲਕ ਦੇ ਹੁਕਮ ਵਿੱਚ ਰਹਿਣਾ ਸਿੱਖਣਾ ਹੈ। ਪ੍ਰੇਰਨਾ ਦਿੱਤੀ ਹੈ ਸਾਨੂੰ ਸਤਿਗੁਰ ਜੀ ਨੇ। ਅਸੀਂ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਜ਼ਿੰਦਗੀ ਜਿਉਣੀ ਹੈ। ਆਓ ਕੁਝ ਸਮਾਂ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ ਯਤਨ ਕਰੀਏ। ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਾਰਸ ਉਸ ਗੁਰੂ ਦੇ ਹਾਂ, ਇੱਕ ਨਹੀਂ, ਦੋ ਨਹੀਂ, 4 ਸਾਹਿਬਜ਼ਾਦੇ ਜਿਨ੍ਹਾਂ ਦੇ ਨੇ। ਹੁਣੇ ਹੀ ਅਰਦਾਸ ਹੋਏਗੀ। ਅਰਦਾਸ ਦਾ ਜੋ ਪਹਿਲਾ ਪਹਿਰਾ ਹੈ, 5 ਪਿਆਰਿਆਂ 4 ਸਾਹਿਬਜ਼ਾਦਿਆਂ। ਹੁਣ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੈ, ਇਤਿਹਾਸ ਪੜ੍ਹਿਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ 4 ਸਾਹਿਬਜ਼ਾਦਿਆਂ ਵਿੱਚੋਂ ਇੱਕ ਸਾਹਿਬਜ਼ਾਦੇ ਦੀ ਵੀ ਅਰਥੀ ਨੂੰ ਅਗਨ ਭੇਟ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਤੋਂ ਵੱਡੀ ਕੋਈ ਮਿਸਾਲ ਹੋਏਗੀ ਦੁਨੀਆ 'ਤੇ? ਇਹ ਵੀ ਨਹੀਂ ਵੀ ਆਪਾਂ ਕਹਿ ਸਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਬਹੁਤ ਦੂਰ ਗਏ ਸੀ। ਜਦੋਂ ਚਮਕੌਰ ਸਾਹਿਬ ਦੀ ਗੜੀ 'ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਨਿਕਲਦੇ ਨੇ ਤੇ ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘਦੇ ਨੇ। 2 ਸਾਹਿਬਜ਼ਾਦੇ ਸਰਹੰਦ, 2 ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਗੜੀ 'ਚ। ਹੁਣ ਆਪਣੇ ਦਿਮਾਗ 'ਚ ਇੱਕ ਕੁਐਸਚਨ ਪੈਦਾ ਹੋਏਗਾ, ਉਹ ਤੇ ਗੁਰੂ ਸੀ, ਉਹ ਤੇ ਜਰ ਗਏ। ਹੁਣ ਆਪਣੀ ਸੁਰਤ ਲੈ ਜਾਓ ਪਾਕਿਸਤਾਨ ਲਾਹੌਰ। ਤੁਹਾਡੇ ਵਿੱਚ ਜਿਹੜੇ ਪਾਕਿਸਤਾਨ ਗਏ, ਹੁਣ ਮੈਂ 2015 'ਚੋਂ ਜਗ੍ਹਾ ਵੇਖ ਕੇ ਆਇਆ। ਉੱਥੇ ਗੁਰਦੁਆਰਾ ਹੈ ਸਿੰਘ ਸਿੰਘਣੀਆਂ ਦਾ ਗੁਰਦੁਆਰਾ, ਜਿੱਥੇ ਮੀਰ ਮਨੂੰ ਆਪਣੀ ਜੇਲ੍ਹ ਦੇ ਵਿੱਚ ਉਹਨਾਂ ਬੀਬੀਆਂ ਕੋਲੋਂ ਕਣਕ ਦਾ ਆਟਾ ਤਿਆਰ ਕਰਾਉਂਦਾ ਹੈ। ਅਤੇ ਮਾਸੂਮ ਬੱਚੇ, ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਟੁਕੜੇ ਕੀਤੇ ਗਏ, ਜਿਨ੍ਹਾਂ ਨੂੰ ਤਾਹ ਨੂੰ ਸੁੱਟ ਕੇ ਥੱਲੇ ਨੇਜੇ ਕੀਤੇ ਗਏ। ਅਤੇ ਆਪਾ ਜੀ ਨੂੰ ਪਤਾ ਹੈ ਕਿ ਮਾਂ ਵਾਸਤੇ ਸਦਮਾ ਜਰਨਾ ਕਿੰਨਾ ਔਖਾ ਹੁੰਦਾ ਹੈ। ਪੁੱਤਰ ਦਾ ਐਕਸੀਡੈਂਟ ਹੋਇਆ ਹੋਵੇ, ਲਾਸ਼ ਨਹੀਂ ਕਈ ਵਾਰੀ ਵੇਖੀ ਜਾਂਦੀ। ਇੱਥੇ ਤੇ ਜਿਉਂਦੇ ਸਨ। ਜਿਉਂਦਿਆਂ ਬੱਚਿਆਂ ਨੂੰ ਤਾਹ ਨੂੰ ਸੁੱਟ ਕੇ ਜਲਾ ਥੱਲੇ ਨੇਜਾ ਕਰਦਾ ਹੈ ਅਤੇ ਨੇਜੇ 'ਚ ਬੱਚਾ ਤੜਫ ਰਿਹਾ ਹੈ, ਅਜੇ ਜਾਨ ਨਹੀਂ ਨਿਕਲੀ। ਨੇਜੇ 'ਚੋਂ ਬਾਹਰ ਕੱਢ ਕੇ ਲੱਕੜ ਦੀ ਮੁੱਢੀ 'ਤੇ ਰੱਖ ਕੇ ਉਹਨਾਂ ਨੂੰ ਪੈਰਾਂ ਵਾਲੇ ਬੰਨਿਓ ਟੁਕਣਾ ਸ਼ੁਰੂ ਕਰਦਾ ਹੈ। ਵਿੱਚੋਂ ਦੀ ਰੱਸੀ ਲੰਘਾ ਕੇ ਅਤੇ ਮਾਵਾਂ ਦੇ ਗਲਾਂ 'ਚ ਹਾਰ ਪਾਏ ਗਏ। ਉਹ ਮਾਵਾਂ ਸਭ ਕੁਝ ਸਦਮਾ, ਸਾਰਾ ਕੁਝ ਆਪਣੇ 'ਤੇ ਝੱਲ ਕੇ ਵੀ ਇਹ ਕਹਿੰਦੀਆਂ ਸਨ, 4 ਪੈਰ ਦਿਨ ਸੁੱਖ ਦਾ ਬਤੀਤ ਹੋਇਆ, 4 ਪੈਰ ਰਹਿਣ ਆਈ ਸੁੱਖ ਦੀ ਬਤੀਤ ਕਰਨੀ। ਇੱਕ ਗੱਲ ਦਾ ਖਿਆਲ ਰੱਖਣਾ ਗੁਰੂ ਪਿਆਰਿਓ, ਆਪਾਂ ਜਿੰਨੇ ਵੀ ਬੈਠੇ ਹਾਂ ਗ੍ਰਸਤੀ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਬੈਠੇ ਹਾਂ। 1 ਪੁੱਤਰ ਹੈ, ਬੇਟੀ ਹੈ, 2 ਬੱਚੇ ਨੇ, 3 ਬੱਚੇ ਨੇ। ਅੱਜ ਕੱਲ੍ਹ ਇੱਦਾਂ ਹੀ ਹੈ। ਆਪਾਂ ਸਾਰੇ ਆਪਣੇ ਬੱਚਿਆਂ ਨੂੰ ਪਾਲਦੇ ਹਾਂ, ਪਰ ਸਾਨੂੰ ਪਤਾ ਕਿਸੇ ਨੂੰ ਨਹੀਂ। ਜਾਣਾ ਸਾਡੇ 'ਚੋਂ ਪਹਿਲਾਂ ਕਿਹਨੇ? ਇਹ ਮਤਾ ਸੋਚੋ ਵੀ ਆਪਾਂ ਸਾਰੇ ਉਹਦੇ ਵਿੱਚ ਆਉਂਦੇ ਹਾਂ, ਪਰ ਜ਼ਿੰਦਗੀ ਵਿੱਚ ਕਦੀ ਨਿਰਾਸ਼ਾਵਾਦੀ ਨਹੀਂ ਹੋਣਾ। ਮੈਂ ਹੁਣੇ ਵੀਰਾਂ ਨਾਲ ਗੱਲ ਕਰ ਰਿਹਾ ਸੀ, ਨਿਊਯਾਰਕ ਗੁਰਦੁਆਰੇ ਦੀ ਗੱਲ ਹੈ, ਨਿਊਯਾਰਕ ਦੇ ਏਰੀਏ ਦੀ ਗੱਲ ਹੈ, ਅਮਰੀਕਾ। ਉਸ ਏਰੀਏ ਵਿੱਚ ਇੱਕ ਸਾਡਾ ਵੀਰ ਹੈ, ਉਹਦਾ ਨਾਂ ਸਰਦਾਰ ਵੀਰ ਸਿੰਘ। ਉਹਨਾਂ ਦਾ ਇੱਕ ਬੇਟਾ ਬਹੁਤ ਹੋਣਹਾਰ ਬੱਚਾ ਸੀ। ਉਹਨੇ ਗੁਰਦੁਆਰੇ ਜਾਣਾ, ਦਸਤਾਰਾਂ ਸਜਾਉਣੀਆਂ। ਉਹਨਾਂ ਦੇ ਗੈਸ ਸਟੇਸ਼ਨ ਉੱਥੇ ਆਪਣੇ ਨੇ, ਚੰਗਾ ਕਾਰੋਬਾਰ ਹੈ, ਜਿਵੇਂ ਇਸ ਪਰਿਵਾਰ ਦਾ ਆਪਣਾ ਬਿਜ਼ਨਸ ਵਧੀਆ ਕਾਰੋਬਾਰ ਹੈ। ਮੋਟਰਸਾਈਕਲ 'ਤੇ ਆ ਰਿਹਾ ਸੀ, ਅਮਰੀਕਾ ਦੀ ਗੱਲ ਹੈ, ਟਰੱਕ ਨੇ ਫੇਂਟ ਮਾਰੀ, ਐਕਸੀਡੈਂਟ ਹੋ ਗਿਆ। ਬਾਪ ਨੂੰ ਸੁਨੇਹਾ ਆਉਂਦਾ, ਤੁਹਾਡੇ ਪੁੱਤਰ ਦਾ ਐਕਸੀਡੈਂਟ ਹੋ ਗਿਆ। ਬਾਪ ਜਾਂਦਾ ਹੈ, ਪੁੱਤਰ ਦੀ ਡੈਥ ਹੋ ਜਾਂਦੀ ਹੈ। ਮੈਂ ਉਹਨਾਂ ਦੇ ਕੋਲ 10-5 ਦਿਨ ਰਹਿ ਕੇ ਆਇਆ, ਅਤੇ ਉਹ ਸਾਰੀ ਜਦੋਂ ਸਟੋਰੀ ਸੁਣਾਈ, ਉਸ ਬਾਪੂ ਨੇ ਕਹਿਣ ਲੱਗਾ, ਜਦੋਂ ਮੇਰੇ ਬੇਟੇ ਨੇ ਸ਼ਾਮਾਂ ਨੂੰ ਆਉਣਾ ਅਤੇ ਮਾਂ ਨੇ ਕਹਿਣਾ, ਪੁੱਤਰ ਰੋਟੀ ਤਿਆਰ ਹੈ। ਕਹਿਣਾ ਨਹੀਂ, ਰੋਟੀ ਬਾਅਦ ਵਿੱਚ, ਪਹਿਲਾਂ ਸੋਦਾ ਰਹਿ ਰਾਸ ਦਾ ਪਾਠ ਕਰਨਾ ਹੈ। ਕਹਿੰਦੇ ਜੀ ਹੁਣ ਮੈਂ ਆਪਣੇ ਬੱਚਿਆਂ ਵੱਲ, ਜੇ ਮੈਂ ਆਪਣੇ ਪੁੱਤ ਵੱਲ ਵੇਖਾਂ ਤਾਂ ਦਿਲ ਕਰਦਾ ਕੰਮ ਨਾ ਕਰੀਏ, ਪਰ ਕਹਿੰਦਾ ਹੁਣ ਮੈਂ ਆਪਣੇ ਚੰਗੇ ਕੰਮਾਂ ਨੂੰ ਪੁੱਤ ਬਣਾ ਲਿਆ। ਮੈਂ ਨਿਰਾਸ਼ਾਵਾਦੀ ਨਹੀਂ ਹੋਣਾ। ਮੈਂ ਆਪਣੇ ਆਪ ਨੂੰ ਫਿਰ ਵੀ ਚੜ੍ਹਦੀ ਕਲਾ ਵਿੱਚ ਰੱਖ ਕੇ ਜ਼ਿੰਦਗੀ ਜਿਉਣੀ ਆ। ਆਪਾਂ ਬਾਣੀ 'ਚ ਪੜ੍ਹਦੇ ਹਾਂ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ, ਸਾਰੇ ਬੋਲੋ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਆਪਾਂ ਨੂੰ ਕਿਸੇ ਨੂੰ ਨਹੀਂ ਪਤਾ
क्योंकि ये चीज़ साढ़े अपने हथ वस नहीं है। मैं पहला गल कह चुका भी आ पिछली लगातार साल 1.5-2 साल तो पूरी दुनिया में ਜਿਹੜੀਆਂ बीमारियां फैलियां ने ਉਹਦੇ ਨਾਲ कई 50-50 60-60 साल के व्यक्ति भी उन्होंने बीमारियों ਨਾਲ लड़ के ਉਹਦੇ ਵਿੱਚੋਂ बाहर आ गए ने, तो कई 20-20 25-25 साल के। तो जो असी इदा वेखते हाँ तो सतगुर की बाणी सानू उपदेश दिंदी है, भाई अपनी जिंदगी ढैंदी कला च नहीं जाना। ये प्रीख्यावां ने, इम्तिहान है। संसार ते आपां बस चलती एक स्टेशन तो, एक सवारी पिछों बैठती है अखीर तक रहिंदी है, एक सवारी राह च उतर जाती है। पता थोड़ा आपां नूं किसे नूं, किथे 3-3 4-4 पुत्रां दे हत्थीं संस्कार करन वाले दादे बैठे ने ते पुत पोतरे उन्हां दे हत्थीं चले गए। ये संसार की खेड है। पर आपां अपने आप को फिर भी चढ़दी कला, कई बार जो इदां दीयां घटनावां वापरदियां ने मनुख निराशावादी हो जाता है, मैं की करा। पर सतगुर की बाणी हुणे आपां भगत कबीर जी का सलोक पढ़िया, कबीर ये तन जाएगा, ये तन चले जाना है। ना इत्थे तन किसी धर्मी का रहा है तो ना इत्थे तन किसी अधर्मी का रहना है। तन किसी का नहीं रहिंदा। तन करके शरीर करके फिजिकल तौर पर हर एक ने दुनिया तो जाना है, क्योंकि ये 5 तत्तां दा बनिया है। वैसे तो जे बाणी मुताबक वेखीए ना, इनू असी संसारी लोग मौत कहने, पर बाणी इनू मौत नहीं कहती। ध्यान ना सुनियो जेडे पढ़े लिखे मेरे वीर भैन बैठे ने, सतगुर की बाणी मुताबक पता की है, ये शरीर 5 तत्तां दा बने है। हवा, अग, पानी, आकाश, तो जिन्हों असी धरती कहने हैं, मिट्टी। ये 5 तत्त इकट्ठे होए ने तो शरीर का ढांचा तैयार होया है। तो जदों इसकी डैथ होनी है, किद्दां होनी है? पवने में पवन समाया। हवा की मौत नहीं होनी, हवा ने हवा जाके समा जाना है। हवा पवने में पवन समाया, ज्योति में जोत रल जाया, माटी माटी होई एक। पातशाह की बाणी कहती रोवण हारे की कवन टेक। इन्हां 5 तत्तां विचों तत्त किहड़ा मरिया है? सारे तत्त अपने अपने तत्तां विच जाके, जिवें कि बिल्डिंग है, जो बिल्डिंग डिगदी है मटीरियल की मौत नहीं हुंदी, बिल्डिंग का ढांचा डिगदा है। वो ढांचा डिगदा मटीरियल तो जिथे पिया सी उत्थे पहिलां पिया, अज भी उत्थे ही है। कबीर धूर सकेल कै पुड़ियां बांधी दे, मिट्टी इकट्ठी करके तो पुड़ियां बंध दित्तियां, उन्हां पुड़ियां का नाम रखा गया। जिवें घुमियार जदों बर्तन तैयार करता है ना, मिट्टी का ढेर लगा है, उदों का कोई नाम नहीं, सिर्फ मिट्टी है। जदों उसे मिट्टी च पानी पा के उन्होंने गुन्नदा है, गुन्नण तो बाद जदों अपने हत्थां नाल उन्हां दा आकार तैयार करता है, शिकाला बना दिंदा है, काढ़ना बना दिंदा है, चपनी बना दिंदा है, घड़ा बना दिंदा है। फिर उस मिट्टी का नाम पै जाता है। फिर कहते घड़ा है, ये काढ़ना है, ये शिकाला है, ये झावां है। पर जदों बनिया नहीं सी, उदों सिर्फ मिट्टी का ढेर सी। इदां ही कबीर धूर सकेल कै मिट्टी इकट्ठी करके पुड़ियां बांधी दे, पुड़ियां बंध दित्तियां, उन्हां पुड़ियां दे नाम रखे गए। ये सरबजीत सिंह है, ये महेंद्र सिंह है, ये जोगिंदर सिंह है, ये करतार सिंह है। ये पुड़ियां दे नाम ने। पर दिवस 4 को पेखना, अंत खे की खे। खेड़ 4 दिनां दी है। और 4 दिन आ, किसी दे 70 साल आ, किसी दे 75 साल आ, तो किसी दे 20 साल आ, किसी दे 30 साल है। बस याद रखना प्यारिओ, सतगुर की बाणी ने सानू उपदेश बख्शिश किया है। हर वक्त जे आपां समाज विच वेखीए, आ हुण किसानी संघर्ष चल रहा है, 700 तो वध उत्थों लाशां आ चुकियां ने, जिन्हां विच बच्चे भी ने, जिन्हां च बजुर्ग साडियां जवान भैणां मावां भी ने, जिन्हां च नौजवान भी ने। पता थोड़ा किसी नूं कित्थे की घटना वापर जानी है। पर मैं कई वारी महसूस करदा, साडे कोल एडा वड्डा खजाना आ जिहड़ा अरदास विच असीं पहले पहरे तो लैके दूजे पहरे दा पाठ शुरू करदे, ये कौन ने? 5 प्यारियां, 4 साहिबजादियां, 40 मुक्तियां, हठियां, जपियां, तपियां, जिन्हां नाम जपिया, वंड छकिया, देग चलाई, तेग वाही, देख के अंडेठ कीता। 3 प्यारियां सचियारियां दी कमाई दा ध्यान करके खालसा जी बोलो जी। उस तो बाद दूजा पैरा जिन्हां सिंघां, जे सिंघां ने अपने बच्चों के दिल कढ़वा के मूँह च पवाए ने, बाबा बंदा सिंह बहादुर, भाई शुबेग सिंह, शाबाश सिंह, 2 प्यो पुत्रां नूं चरखड़ी ते चाढ़िया गया। तुहाडे विचों जिन्हें हिस्टरी पढ़ेगी, भाई शुबेग सिंह का जिहड़ा साहिबजादा सी शाबाश सिंह अजे विआहिया नहीं सी, 2 प्यो पुत्रां नूं चरखड़ी ते चाढ़िया जांदा है। हुण उत्थे शब्द की वरतिया है? जिन्हां सिंघां सिंघणियां धर्म हेत सीस दिते, बंद बंद कटाए, खोपरियां लोहाइयां, चरखियां ते चढ़े,
ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਨਾਲ ਸ਼ਬਦ ਵਰਤਿਆ, ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਤੜਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਸ ਤੋਂ ਅੱਗੇ ਚਲੋ, ਦੁਨੀਆ ਅੰਦਰ ਬੜੇ ਮਨੁੱਖ ਨੇ ਜਿਨ੍ਹਾਂ ਦੇ ਘਰ 'ਚ ਔਲਾਦ ਨਹੀਂ ਹੁੰਦੀ, ਨਾ ਧੀ ਹੋਈ ਨਾ ਪੁੱਤ ਹੋਇਆ, ਉਹ ਵੀ ਸੰਸਾਰ 'ਤੇ ਜ਼ਿੰਦਗੀ ਜਿਉਂਦੇ ਨੇ। ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਭੈਣ ਜੀ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਬੇਬੇ ਬੋਲੋ ਸਾਰੇ ਬੇਬੇ ਨਾਨਕੀ ਜੀ ਕਹਿੰਦੇ ਆ, ਬੇਬੇ ਨਾਨਕੀ ਜੀ ਘਰ ਕੋਈ ਔਲਾਦ ਨਹੀਂ ਹੈ, ਨਾ ਧੀ ਹੈ ਨਾ ਪੁੱਤ ਹੈ, ਪਰ ਅੱਜ ਵੀ ਬੇਬੇ ਨਾਨਕੀ ਜੀ ਦਾ ਨਾਮ ਬਿਨਾਂ ਔਲਾਦ ਤੋਂ ਉਹਨਾਂ ਦੇ ਆਪਣੇ ਕੰਮਾਂ ਕਰਕੇ ਸੰਸਾਰ ਵਿੱਚ ਹੈ। ਅਸੀਂ ਜਦੋਂ ਸੰਸਾਰ 'ਤੇ ਚੰਗੇ ਕੰਮ ਕਰਾਂਗੇ, ਆਪਣੇ ਆਪ ਨੂੰ ਚੰਗੇ ਬੰਨੇ ਲਾਉਣ ਦੀ ਕੋਸ਼ਿਸ਼ ਕਰਾਂਗੇ, ਮੈਂ ਪਹਿਲਾਂ ਆਰੰਭ 'ਚ ਕਿਹਾ ਸਮਾਜ ਮੁਤਾਬਕ ਵੇਖੀਏ ਤੇ ਬਹੁਤ ਵੱਡੀ ਸੱਟ ਹੈ, ਪਰ ਸਾਡੇ ਕੋਲ ਇਤਿਹਾਸ, ਹਿਸਟਰੀ, ਗੁਰਬਾਣੀ ਸਾਨੂੰ ਆਤਮਿਕ ਤੌਰ 'ਤੇ ਬਲਵਾਨ ਕਰਦੀ ਹੈ। ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਤੰਭਨ। ਜਿਵੇਂ ਤੁਸੀਂ ਕਿਸੇ ਬਿਲਡਿੰਗ ਨੂੰ ਖਿਲਾਰਨਾ ਹੈ, ਉਹਦੇ ਥੱਲੇ ਆਪਾਂ ਦੀਵਾਰਾਂ ਦਿੰਦੇ ਹਾਂ, ਉਹਦੇ ਥੱਲੇ ਆਪਾਂ ਪਿੱਲਰ ਦਿੰਦੇ ਹਾਂ, ਇੱਦਾਂ ਹੀ ਜਦੋਂ ਮਨੁੱਖੀ ਮਨ ਡੋਲਦਾ ਹੈ ਤੇ ਮਨੁੱਖੀ ਮਨ ਨੂੰ ਖੜਾ ਕਰਨ ਵਾਸਤੇ ਸਤਿਗੁਰ ਦਾ ਉਪਦੇਸ਼, ਸਤਿਗੁਰ ਦੀਆਂ ਵਿਚਾਰਾਂ ਸਾਡਾ ਮਾਨਸਿਕ ਤੌਰ 'ਤੇ ਸਾਨੂੰ ਤਗੜਾ ਕਰਦੀਆਂ ਨੇ ਕਿ ਭਾਈ ਵੇਖੋ ਸੰਸਾਰ 'ਤੇ ਅਸੀਂ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਜਿਉਣਾ ਹੈ, ਢਹਿੰਦੀ ਕਲਾ ਵਿੱਚ ਨਹੀਂ ਰਹਿਣਾ। ਇੱਕ ਬੰਦਾ 70-80 ਸਾਲ ਦੁਨੀਆ 'ਤੇ ਜ਼ਿੰਦਗੀ ਜੂ ਕੇ ਜਾਂਦਾ ਹੈ, ਉਹਦਾ ਨਹੀਂ ਪਤਾ ਲੱਗਦਾ, ਪਰ ਕਈ ਥੋੜ੍ਹਾ ਜਿਹਾ ਸਮਾਂ ਬਤੀਤ ਕਰਕੇ ਵੀ ਆਪਣੀ ਖੁਸ਼ਬੂ ਖਿਲਾਰ ਕੇ ਜਾਂਦੇ ਨੇ, ਚੰਗਿਆਈ ਬੀਜ ਕੇ ਜਾਂਦੇ ਨੇ। ਬਾਬਾ ਫਤਿਹ ਸਿੰਘ 7 ਸਾਲ ਦੇ ਨੇ, ਪਰ ਜੇ ਦੂਜੇ ਬੰਨੇ ਮੁਕਾਬਲਾ ਕਰੋ 70 ਸਾਲ ਦਾ ਉਮਰ ਭੋਗਣ ਵਾਲਾ ਜੇ ਚੰਗੇ ਕੰਮ ਨਾ ਕਰਦਾ ਹੋਵੇ ਤੇ ਬਾਬਾ ਫਤਿਹ ਸਿੰਘ ਜੀ ਦੀ 7 ਸਾਲ ਦੀ ਉਮਰ ਦਾ ਵੀ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹਨਾਂ 7 ਸਾਲਾਂ ਜੋ ਪੂਰਨੇ ਪਾਏ, ਜੋ ਦ੍ਰਿੜਤਾ, ਜੋ ਭਰੋਸਾ, ਜੋ ਵਿਸ਼ਵਾਸ, ਗੱਲ ਫਿਰ ਉੱਥੇ ਆਣ ਕੇ ਡਿੱਗਦੀ ਹੈ। ਮੈਂ ਦੁਨੀਆ 'ਤੇ ਕਿੰਨੇ ਸਾਲ ਰਿਹਾ ਇਹ ਮਹੱਤਵਪੂਰਨ ਨਹੀਂ, ਮੈਂ ਕਿਵੇਂ ਰਿਹਾ, ਮੈਂ ਕਿੰਨੇ ਚੰਗੇ ਕੰਮ ਕੀਤੇ ਨੇ, ਕਿ ਮੇਰੇ ਜਾਣ ਤੋਂ ਬਾਅਦ ਕੋਈ ਮੇਰੇ ਨੂੰ ਯਾਦ ਕਰਦਾ ਹੈ, ਕੋਈ ਮੈਂ ਨੇਕੀ, ਕੋਈ ਚੰਗਿਆਈ ਸਮਾਜ ਵਿੱਚ ਬੀਜੀ ਹੈ, ਇਹ ਮਹੱਤਵਪੂਰਨ ਹੈ। ਉਮਰ ਜਿੰਨੀ ਮਰਜ਼ੀ, ਉਮਰ ਤੇ ਸੱਪ ਦੀ ਬੜੀ ਲੰਬੇਰੀ ਹੈ। ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਬਿਨ ਸਿਮਰਨ ਜੋ ਜੀਵਨ ਬਲਣਾ। ਜੇ ਸਾਡੇ ਪੱਲੇ ਚੰਗਿਆਈ ਨਹੀਂ ਤੇ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਕਹਿੰਦੇ ਉਮਰ ਸੱਪ ਵਰਗੀ ਹੈ। ਨਵ ਖੰਡਨ ਕੋ ਰਾਜ ਕੁਮਾਵੇ ਅੰਤ ਚਲੇ ਗੋ ਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ। ਤੋ ਗੁਰੂਦੇਵ ਜੀ ਬਹੁਤ ਸੋਹਣਾ ਹਵਾਲਾ ਦੇ ਕੇ ਸਾਨੂੰ ਸਮਝਾਉਂਦੇ ਨੇ। ਤਾਂ ਹੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਵਾਕ ਆਪਾਂ ਪੜ੍ਹਿਆ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਿਹਨੂੰ ਕਿਹਾ? ਮਨ ਨੂੰ। ਮਨਾ ਸਦਾ ਹੀ। ਆਪਾਂ ਕਈ ਵਾਰੀ ਕਹਿੰਦੇ ਨਾ ਤੂੰ ਇੱਥੇ ਖਲੋ ਕੇ ਝੂਠ ਬੋਲੀ ਜਾਂਦਾ, ਇੱਥੇ ਤਾਂ ਗੁਰਦੁਆਰਾ ਹੈ, ਪਰ ਪਾਤਸ਼ਾਹ ਦੀ ਬਾਣੀ ਪਤਾ ਕਹਿੰਦੀ ਹੈ ਮਨਾ ਸਦਾ ਹੀ ਸੱਚ ਨੂੰ ਸੰਭਾਲ ਲਾ। ਸੱਚ ਇੱਕ ਦਿਨ ਨਹੀਂ ਬੋਲਣਾ, 2 ਦਿਨ ਨਹੀਂ ਬੋਲਣਾ, 4 ਦਿਨ ਨਹੀਂ ਬੋਲਣਾ, ਸੱਚ ਨੂੰ ਸਦਾ ਸੰਭਾਲ, ਸੱਚ ਦਾ ਲੜ ਸਦਾ ਫੜ ਲਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਹੀ ਸੱਚ ਨੂੰ ਸੰਭਾਲ ਲਾ, ਕਿਉਂਕਿ ਸੱਚ ਸਭਨਾ ਕਾ ਖਸਮ ਹੈ। ਇੱਥੇ ਸੱਚ ਸੰਭਾਲਣ ਦਾ ਅਰਥ ਹੈ ਖਸਮ ਨੂੰ ਸੰਭਾਲ ਲਾ, ਕਿਉਂਕਿ ਸੱਚ ਸਭਨਾ ਕਾ ਖਸਮ ਹੈ। ਆਪਾਂ ਆਸਾ ਕੀ ਵਾਰ 'ਚ ਪੜ੍ਹਦੇ ਹਾਂ, ਸਤਿਗੁਰੂ ਵਿਟੋਂ ਵਾਰਿਆ ਜਿਤ ਮਿਲੇ, ਸਾਰੇ ਬੋਲੋ ਜਿਤ ਮਿਲੇ ਖਸਮ ਸੰਭਾਲਿਆ। ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਜਿਹਨੂੰ ਮਿਲ ਕੇ ਮੈਂ ਆਪਣੇ ਖਸਮ ਨੂੰ ਸੰਭਾਲ ਲਿਆ ਹੈ। ਖਸਮ ਕੌਣ ਸੀ? ਸੱਚ। ਸਤਿਗੁਰੂ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਜਿਹਨੇ ਮੈਨੂੰ ਉਪਦੇਸ਼ ਦੇ ਕੇ ਮੇਰੀਆਂ ਸੁਰਤ ਰੂਪੀ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਇੰਨੀ ਨੇਤਰੀ ਜਗਤ ਨਿਹਾਲਿਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਖਸਮ ਛੋੜ ਦੂਜੇ ਲੱਗੇ। ਜਿਨ੍ਹਾਂ ਜਿਨ੍ਹਾਂ ਵੀ ਖਸਮ ਛੱਡ ਦਿੱਤਾ, ਯਾਨੀ ਕਿ ਸੱਚ ਛੱਡ ਦਿੱਤਾ, ਸੱਚ ਦਾ ਲੜ ਛੱਡਣ ਵਾਲਾ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਨ ਜਾ ਰਿਹਾ। ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਤੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਹੀ ਸੱਚ ਦੀ ਸੰਭਾਲ ਕਰ। ਇਹ ਕੁਟੰਬ ਤੂੰ ਜੇ ਦੇਖਦਾ, ਧਿਆਨ ਨਾਲ ਸੁਣਿਓ, ਚੱਲੇ ਨਾਹੀਂ ਤੇਰਾ। ਇੱਥੇ ਕਿਹੜੇ ਕੁਟੰਬ ਦੀ ਗੱਲ ਹੋ ਰਹੀ ਹੈ? ਦੁਨਿਆਵੀ ਕੁਟੰਬ ਦੀ, ਮਾਂ ਦੀ, ਪਿਤਾ ਦੀ, ਪਤਨੀ ਦੀ, ਪੁੱਤਰ ਦੀ, ਧੀ ਦੀ।
ਜਿਹੜੇ ਗੁਰੂ ਅਮਰਦਾਸ ਜੀ ਇਹ ਬਾਣੀ ਉਚਾਰਨ ਕਰ ਰਹੇ ਨੇ, ਉਹਨਾਂ ਦੀ ਆਪਣੀ ਪਤਨੀ ਹੈ, ਉਹਨਾਂ ਦੀਆਂ 2 ਬੇਟੀਆਂ ਨੇ, 2 ਬੇਟੇ ਨੇ, ਪਰਿਵਾਰ ਹੈ, ਪਰ ਉਹ ਖੁਦ ਕਹਿ ਰਹੇ ਨੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਪਰਿਵਾਰ ਵੀ ਸਾਡੇ 2 ਨੇ ਸਾਧ ਸੰਗਤ ਜੀ, ਜਿਹੜੇ ਤੁਹਾਡੇ ਚੋਂ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਨੇ। ਇੱਕ ਸਾਡੇ ਤਨ ਦਾ ਪਰਿਵਾਰ ਹੈ, ਜਿਹੜਾ ਤਨ ਦਾ ਪਰਿਵਾਰ ਹੈ, ਮਾਂ ਹੈ, ਪਿਤਾ ਹੈ, ਭੈਣਾਂ ਨੇ, ਭਰਾ ਹੈ, ਇਹ ਸਾਡੇ ਤਨ ਦੇ ਰਿਸ਼ਤੇ ਨੇ। ਪਰ ਇੱਥੇ ਗੱਲ ਤੇ ਮਨ ਦੀ ਹੋ ਰਹੀ ਹੈ। ਇੱਥੇ ਤੇ ਮਨ ਨੂੰ ਕਹਿ ਰਹੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਵਿਸ਼ਾ ਚੱਲ ਰਿਹਾ ਮਨ ਦਾ, ਅਸੀਂ ਸੋਚ ਰਹੇ ਹਾਂ ਇੱਥੇ ਤਨ ਦੇ ਕੁਟੰਬ ਦੀ ਗੱਲ ਹੋ ਰਹੀ ਹੈ, ਤੇ ਜਿਹੜੇ ਗੁਰੂ ਅਮਰਦਾਸ ਜੀ ਇਹ ਉਪਦੇਸ਼ ਦੇ ਰਹੇ ਨੇ ਉਹਨਾਂ ਦਾ ਆਪਣਾ ਵੀ ਕੁਟੰਬ ਹੈ, ਉਹਨਾਂ ਦਾ ਆਪਣਾ ਵੀ ਪਰਿਵਾਰ ਹੈ, ਉਹਨਾਂ ਦੀ ਆਪਣੀ ਪਤਨੀ ਹੈ, ਉਹਨਾਂ ਦੀਆਂ 2 ਬੇਟੀਆਂ ਨੇ, ਉਹਨਾਂ ਦੇ 2 ਸਾਹਿਬਜ਼ਾਦੇ ਨੇ, ਮੋਹਣ ਤੇ ਮੋਹਰੀ। ਪਰ ਇੱਥੇ ਗੁਰੂ ਅਮਰਦਾਸ ਮਹਾਰਾਜ 11 ਨੰਬਰ ਪੌੜੀ ਹੈ ਆਨੰਦ ਸਾਹਿਬ ਦੀ, ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ। ਹੁਣ ਮਨ ਦਾ ਕੁਟੰਬ ਕਿਹੜਾ ਹੈ? ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚੋਂ ਪੜ੍ਹੀਏ ਤੇ ਭਗਤ ਕਬੀਰ ਜੀ ਕਹਿੰਦੇ ਨੇ ਬੂਢਾ ਬੰਸ਼ ਕਬੀਰ ਕਾ, ਕਬੀਰ ਦਾ ਬੰਸ਼ ਡੁੱਬ ਗਿਆ, ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਤੇ ਘਰ ਲੈ ਆਇਆ ਮਾਲ। ਭਗਤ ਕਬੀਰ ਜੀ ਕਹਿੰਦੇ ਨੇ ਮੇਰੇ ਅੰਦਰ ਇੱਕ ਮਨ ਰੂਪੀ ਕਮਾਲ ਦਾ ਪੁੱਤਰ ਪੈਦਾ ਹੋਇਆ, ਹਰ ਕਾ ਸਿਮਰਨ ਛੱਡ ਕੇ। ਇੱਥੇ ਮਨ ਦਾ ਟੱਬਰ ਹੈ ਅੱਖਾਂ, ਇੱਥੇ ਮਨ ਦਾ ਪਰਿਵਾਰ ਹੈ ਕੰਨ, ਇੱਥੇ ਮਨ ਦਾ ਪਰਿਵਾਰ ਹੈ ਸਾਡੀ ਜ਼ੁਬਾਨ, ਇੱਥੇ ਮਨ ਦਾ ਪਰਿਵਾਰ ਹੈ ਸਾਡੇ ਗਿਆਨ ਇੰਦਰੇ। ਇੱਥੇ ਗੁਰੂ ਅਮਰਦਾਸ ਜੀ ਮਨ ਨੂੰ ਸੰਬੋਧਨ ਕਰਕੇ ਆਂਦੇ ਨੇ ਇਹ ਮਨ ਪਿਆਰਿਆ, ਉਹ ਪਿਆਰਿਆ ਮਨਾ। ਬੰਦਾ ਬਾਹਰੋਂ ਦੁਖੀ ਬਾਅਦ ਵਿੱਚ ਹੁੰਦਾ ਹੈ, ਪਹਿਲਾਂ ਬੰਦੇ ਦਾ ਮਨ ਦੁਖੀ ਹੁੰਦਾ ਹੈ, ਅੱਖਾਂ ਦੁਖੀ ਹੁੰਦੀਆਂ ਨੇ, ਕੰਨ ਦੁਖੀ ਹੁੰਦੇ ਨੇ। ਇੱਥੇ ਗੱਲ ਮਨ ਦੇ ਪਰਿਵਾਰ ਦੀ। ਜਦੋਂ ਅਸੀਂ ਸਤਿਗੁਰ ਦੀ ਬਾਣੀ 'ਚੋਂ ਪੜ੍ਹਦੇ ਹਾਂ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਉਹਦਾ ਮਤਲਬ ਕੀ ਸੀ? ਜਦੋਂ ਮੇਰਾ ਹਿਰਦਾ ਰੂਪੀ ਘਰ ਸੁਖੀ ਹੋਏਗਾ, ਮੈਂ ਜਿਸ ਇੱਟਾਂ ਵਾਲੇ ਘਰ ਵਿੱਚ ਰਵਾਂਗਾ ਉਸ ਘਰ ਵਿੱਚ ਵਸਣ ਵਾਲੇ ਵਿਅਕਤੀ ਆਪਣੇ ਆਪ ਸੁਖੀ ਹੋਣਗੇ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਤੋ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਕੁਟੰਬ ਤੂੰ ਜੇ ਦੇਖਦਾ, ਆ ਜਿਹੜਾ ਕੁਟੰਬ ਤੂੰ ਵੇਖ ਰਿਹਾ ਹੈ ਚੱਲੇ ਨਾਹੀਂ ਤੇਰੇ ਨਾਲੇ। ਇਸ ਕੁਟੰਬ ਦੇ ਪਿੱਛੇ ਲੱਗ ਲਾ ਕੇ ਤੂੰ ਜੋ ਪੁੱਠਾ ਸਿੱਧਾ ਸਮਾਨ ਇਕੱਠਾ ਕਰੀ ਜਾਣਾ, ਇਹਨੇ ਤੇਰੇ ਨਾਲ ਨਹੀਂ ਤੁਰਨਾ। ਇੱਥੇ ਗੱਲ ਦੁਨਿਆਵੀ ਪਰਿਵਾਰ ਦੀ ਨਹੀਂ ਹੋ ਰਹੀ। ਪਾਤਸ਼ਾਹ ਖੁਦ ਗ੍ਰਸਤੀ ਨੇ, 9 ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਸਵਾਏ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ 9 ਦੀਆਂ 9 ਪਾਤਸ਼ਾਹੀਆਂ ਖੁਦ ਗ੍ਰਸਤੀ ਨੇ, ਉਹਨਾਂ ਦਾ ਅੱਗੇ ਪਰਿਵਾਰ ਹੈ। ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਵਿਚਾਰ ਦਿੱਤੀ ਹੈ ਕਿ ਸੰਸਾਰ ਤੇ ਆਏ ਆ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਗ੍ਰਸਤੀ ਨੇ, 4 ਸਾਹਿਬਜ਼ਾਦੇ ਨੇ, ਤੇ 4 ਸਾਹਿਬਜ਼ਾਦਿਆਂ ਵਿੱਚੋਂ 2 ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘ ਕੇ ਚਮਕੌਰ ਸਾਹਿਬ ਦੀ ਗੜੀ 'ਚੋਂ ਜਾ ਰਹੇ ਨੇ। 2 ਸਾਹਿਬਜ਼ਾਦੇ ਸਰਹੰਦ ਫਤਿਹਗੜ੍ਹ ਸਾਹਿਬ, ਕਿੱਡੀ ਵੱਡੀ ਮਿਸਾਲ ਹੈ। ਦੁਨੀਆ ਤੇ ਹੈ ਕੋਈ ਉਦਾਹਰਨ? ਪੁੱਤਰ ਦੀ ਡੈਥ ਹੋਵੇ, ਬਾਪ ਵਿਦੇਸ਼ ਵੀ ਗਿਆ ਹੋਵੇ, ਉਡੀਕਦੇ ਨੇ ਆਣ ਕੇ ਚਿਹਰਾ ਵੇਖ ਲਾ। ਕਦੀ ਆਪਣੇ ਆਪ ਨਾਲ ਸੋਚ ਕੇ ਵੇਖੋ। ਮੈਂ ਕਈ ਵਾਰੀ ਸੋਚ ਜਾਂਦਾ, ਹੈਰਾਨ ਹੋ ਜਾਈਦਾ ਹੈ ਕਿ ਜਿਸ ਘਰ 'ਚ ਬੰਦਾ ਰਹਿੰਦਾ, ਬੰਦਾ ਆਪਣੀਆਂ ਰੀਝਾਂ ਨਾਲ ਆਪਣਾ ਘਰ ਬਣਾਉਂਦਾ। ਤੁਸੀਂ ਜਿੰਨੇ ਪੜ੍ਹੇ ਲਿਖੇ ਬੈਠੇ, ਇੱਕ ਵਾਰ ਸੁਰਤ ਨੂੰ ਟਿਕਾ ਕੇ ਨਾ ਉਸ ਜਗ੍ਹਾ 'ਤੇ ਆਪਣੇ ਆਪ ਨੂੰ ਲੈ ਕੇ ਜਾਇਓ। ਅਨੰਦਪੁਰ ਸਾਹਿਬ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਲੈ ਕੇ ਬਾਬਾ ਫਤਿਹ ਸਿੰਘ ਤੱਕ ਪਰਿਵਾਰ ਦਾ ਇੱਕ ਜੀ ਦਾ ਵੀ ਅੰਤਲਾ ਸਮਾਂ ਅਨੰਦਪੁਰ ਸਾਹਿਬ ਨਹੀਂ ਹੋਇਆ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ, ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ, ਮਾਤਾ ਗੁਜਰ ਕੌਰ ਜੀ ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ। ਜੇ ਕਿਤੇ ਇਹੋ ਘਟਨਾ ਸਮਾਜ ਵਿੱਚ ਕਿਸੇ ਆਮ ਬੰਦੇ ਨਾਲ ਵਾਪਰੀ ਹੁੰਦੀ ਤੇ ਕੀ ਕਹਿਣਾ ਸੀ ਭਲਾ? ਕੋਈ ਸ਼ਰਾਬ ਮਿਲਿਆ ਹੋਣਾ ਭਾਈ। ਇਹੋ ਜਿਹੀਆਂ ਘਟਨਾਵਾਂ ਨਾ ਕਹਿ ਕੇ ਅਸੀਂ ਪਰਿਵਾਰਾਂ ਦੇ ਮਨੋਬਲ ਕਈ ਵਾਰੀ ਡਿੱਗ ਦਿੰਦੇ ਹਾਂ। ਅਸੀਂ ਇੱਦਾਂ ਦੀਆਂ ਘਟਨਾਵਾਂ ਕਹਿ ਕੇ ਕਈ ਵਾਰੀ ਅਸੀਂ ਸਮਾਜ ਵਿੱਚ ਪਤਾ ਨਹੀਂ ਕਿੱਦਾਂ ਦੇ ਅਗਲੇ ਦਾ ਮਨ ਨੀਵੇਂ ਪੱਧਰ 'ਤੇ ਲੈ ਜਾਂਦੇ ਹਾਂ। ਪਰ ਨਹੀਂ ਪਿਆਰਿਓ, ਅਸੀਂ ਚੜ੍ਹਦੀ ਕਲਾ ਵਿੱਚ ਰਹਿ ਕੇ ਜੀਵਨ ਜਿਉਣਾ ਹੈ। ਇਹ ਪਤਾ ਨਹੀਂ ਕੱਲ੍ਹ ਨੂੰ ਕਿਹਦੇ ਨਾਲ ਇਹ ਘਟਨਾ ਵਾਪਰ ਸਕਦੀ ਹੈ। ਆਪਣੇ ਮਨ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖ ਕੇ ਜ਼ਿੰਦਗੀ ਜਿਉਣ ਦਾ ਯਤਨ ਕਰਨਾ ਹੈ। ਸਮਾਜ ਹੈ, ਇਹ ਆ ਰਹੇ ਹਾਂ। ਜੇ ਬਾਣੀ ਤੇ ਸਿੱਧਾ ਕਹਿਤਾ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ। ਮੀਂਹ ਪੈਂਦਾ ਹੈ ਨਾ ਬਹੁਤ ਤੇਜ਼, ਤੇ ਬੁਲਬੁਲੇ ਬਣਦੇ ਨੇ ਬਾਹਰ। ਜੇ ਇੱਕ ਬੁਲਬੁਲਾ ਬਣ ਰਿਹਾ ਤੇ ਨਾਲ 1-2 ਟੁੱਟ ਵੀ ਰਹੇ ਨੇ। ਸੰਸਾਰ ਹੈ ਨਾ, ਜੇ ਇੱਕ ਕਰੂੰਬਲੀ ਫੁੱਟ ਰਹੀ ਹੈ ਤੇ ਨਾਲ 2 ਪੱਤੇ ਟੁੱਟ ਕੇ ਜ਼ਮੀਨ 'ਤੇ ਵੀ ਡਿੱਗ ਰਹੇ ਨੇ। ਰੁੱਤਾਂ ਦੀ ਗੱਲ ਕਰਦੇ ਹਾਂ ਆਪਾਂ।
ਪੱਤ ਝੜ ਆਉਂਦੀ ਹੈ, ਆ ਸਰਦੀਆਂ ਆ ਰਹੀਆਂ ਨੇ, ਹੁਣ ਦਰਖਤਾਂ ਦੇ ਪੱਤੇ ਡਿੱਗ ਪੈਣੇ ਨੇ, ਫਿਰ ਅੱਗੇ ਬਸੰਤ ਰੁੱਤ ਆਏਗੀ, ਫਿਰ ਕਰੂੰਬਲੀਆਂ ਫੁੱਟਣਗੀਆਂ। ਅੱਛਾ, ਕਈ ਵਾਰੀ ਤੇ ਸਮੇਂ ਦੇ ਨਾਲ, ਰੁੱਤ ਦੇ ਨਾਲ ਪੱਤੇ ਟੁੱਟਦੇ, ਟਾਹਣੀਆਂ ਟੁੱਟਦੀਆਂ ਨੇ, ਪਰ ਕਈ ਵਾਰ ਝੱਖੜ ਵੀ ਵਗ ਜਾਂਦੇ ਨੇ। ਝੱਖੜਾਂ ਨਾਲ ਕੱਚੀਆਂ ਟਾਹਣੀਆਂ ਵੀ ਟੁੱਟ ਜਾਂਦੀਆਂ, ਜਿਨ੍ਹਾਂ ਨਾਲ ਅਜੇ ਬੂਰ ਲੱਗਣਾ ਹੈ, ਜਿਨ੍ਹਾਂ ਨੂੰ ਅਜੇ ਫਲ ਲੱਗਣੇ ਨੇ, ਪੱਤੇ ਲੱਗਣੇ ਨੇ। ਇਹ ਭਾਵੇਂ ਐਕਸੀਡੈਂਟ ਵਾਪਰਦਾ ਹੈ, ਭਾਵੇਂ ਕੋਈ ਬਿਮਾਰੀ ਆ ਜਾਏ, ਇਹ ਵੀ ਉਸੇ ਜਦੋਂ ਆਪਾਂ ਕੁਦਰਤ ਵਿੱਚ ਰਹਿੰਦੇ ਹਾਂ, ਸੰਸਾਰ 'ਤੇ ਰਹਿੰਦੇ ਹਾਂ, ਝੱਖੜ ਵੀ ਤਾਂ ਉਸੇ ਕੁਦਰਤ ਦਾ ਇੱਕ ਹਿੱਸਾ ਹੈ। ਤੁਸੀਂ ਝੱਖੜ ਤੋਂ ਮੁਨਕਰ ਹੋ ਸਕਦੇ ਹੋ? ਹੁਣ ਇੱਕ ਪੱਤਾ ਆਪਣੀ ਉਮਰ ਦੇ ਨਾਲ ਡਿੱਗ ਰਿਹਾ ਹੈ। ਹੁਣ ਜਦੋਂ ਪੱਤ ਝੜ ਆਉਣੀ ਹੈ, ਐਨ ਪੱਕ ਕੇ ਡਿੱਗਾ ਹੈ, ਉਹਨੇ ਸਮਾਂ ਵੇਖ ਲਿਆ, ਪਰ ਇੱਕ ਅਜੇ ਪੱਤਾ ਅੱਧਾ ਘਰਿਆ ਸੀ, ਝੱਖੜ ਵਗਿਆ, ਹਵਾ ਦੇ ਤੇਜ਼ ਬੁੱਲੇ ਨੇ ਕੱਚਾ ਪੱਤਾ ਤੋੜ ਕੇ, ਟਾਹਣੀ ਤੋੜ ਕੇ ਜ਼ਮੀਨ 'ਤੇ ਸੁੱਟ ਦਿੱਤੀ। ਹੁਣ ਤੁਸੀਂ ਦੱਸੋ, ਇਹ ਝੱਖੜ ਉਹਦੇ ਕੁਦਰਤ ਤੋਂ ਬਾਹਰ ਹੈ ਕਿਤੇ? ਆ ਕਈ ਵਾਰੀ ਐਕਸੀਡੈਂਟ, ਪਰਿਵਾਰਾਂ ਦੇ ਪਰਿਵਾਰ ਆਨੰਦ ਕਾਰਜ 'ਤੇ ਜਾਂਦੇ ਨੇ, ਰਾਹ 'ਚ ਘਟਨਾ ਵਾਪਰ ਜਾਂਦੀ ਹੈ। ਇਹ ਸਾਰਾ ਕੁਝ ਸਮਾਂ, ਹਾਂ ਅਸੀਂ ਸੁਚੇਤ ਹੋ ਸਕਦੇ, ਕੁਝ ਚੀਜ਼ਾਂ ਸਾਡੇ ਹੱਥ ਵੱਸ ਹੈ, ਕੁਝ ਚੀਜ਼ਾਂ ਸਾਡੇ ਹੱਥੋਂ ਵੀ ਬਾਹਰ ਹੋ ਜਾਂਦੀਆਂ ਨੇ। ਜਿੱਥੋਂ ਤੱਕ ਸਾਡੇ ਹੱਥ ਹੈ ਅਸੀਂ ਜ਼ੋਰ ਲਾਉਂਦੇ ਹਾਂ, ਪਰਹੇਜ਼ ਕਰਦੇ ਹਾਂ, ਮੈਂ ਆਹ ਨਾ ਖਾਵਾਂ, ਆਹ ਖਾਵਾਂ, ਮੈਂ ਇੱਦਾਂ ਕਰਾਂ। ਪਰ ਇੱਕ ਬੇਨਤੀ ਹੈ, ਅਸੀਂ ਉਲਾਮਾ ਨਹੀਂ ਦੇਣਾ, ਜੋ ਬਚਿਆ ਉਹਦਾ ਸ਼ੁਕਰਾਨਾ ਕਰਨਾ। ਹੁਣ ਇੱਕ ਬੰਦੇ ਦੇ ਕੋਲ ਦੋਨੋਂ ਹੱਥ ਵੀ ਹੁੰਦੇ ਨੇ, ਪੈਰ ਵੀ ਹੁੰਦੇ ਨੇ, ਤਾਂ ਵੀ ਉਲਾਮੇ ਦਿੰਦਾ ਹੈ, ਪਰ ਇੱਕ ਬੰਦਾ ਉੱਥੇ ਵੀ ਜ਼ਿੰਦਗੀ ਜਿਉਂਦਾ ਹੈ, ਕਹਿੰਦਾ ਜੋ ਬਚਿਆ। ਜਿਵੇਂ ਸ਼ੇਖ ਸ਼ਾਦੀ ਨੇ ਲਿਖਿਆ ਹੈ, ਉਹ ਕਹਿੰਦਾ ਇੱਕ ਵਿਅਕਤੀ ਆਪਣੇ ਘਰ ਰੋਜ਼ਾਨਾ ਬੈਠਾ ਉਲਾਮੇ ਦਿੰਦਾ ਸੀ, ਹੇ ਅੱਲਾ, ਫਲਾਣੇ ਬੰਦੇ ਨੇ ਜ਼ਿੰਦਗੀ 'ਚ ਤੇਰੀ ਕਦੀ ਨਮਾਜ਼ ਨਹੀਂ ਅਦਾ ਕੀਤੀ, ਪਰ ਤੂੰ ਉਹਨੂੰ ਸਭ ਕੁਝ ਦਿੰਦਾ, ਮੈਂ ਤੇਰੀਆਂ ਨਮਾਜ਼ਾਂ ਵੀ ਪੜ੍ਹਦਾ, ਤੈਨੂੰ ਯਾਦ ਵੀ ਕਰਦਾ, ਤੂੰ ਮੈਨੂੰ ਪੈਰੀ ਪਾਉਣ ਲਈ ਜੋੜਾ ਨਹੀਂ ਦੇ ਸਕਦਾ, ਜੁੱਤੀ ਹੈ ਨਹੀਂ ਮੇਰੇ ਕੋਲ। ਕਹਿੰਦੇ ਘਰੋਂ ਬਾਹਰ ਨਿਕਲਿਆ ਅੱਜ, ਕਹਿੰਦਾ ਹੇ ਅੱਲਾ, ਅੱਜ ਮੈਂ ਤੇਰੀ ਨਮਾਜ਼ ਅਦਾ ਨਹੀਂ ਕਰਨੀ, ਮੈਂ ਤੇਰੇ ਨਾਲ ਦੋ ਹੱਥ ਕਰਨੇ ਨੇ। ਸ਼ਿਕਵਾ ਲੈ ਕੇ ਘਰੋਂ ਤੁਰ ਪਿਆ। ਬਹੁਤ ਵਾਰੀ ਸਾਡੇ ਮਨ 'ਚ ਵੀ ਕਈ ਸ਼ਿਕਵੇ ਆਉਂਦੇ ਨੇ, ਉਹਦੇ ਨਾਲ ਇੱਦਾਂ ਹੋ ਗਿਆ, ਮੈਨੂੰ ਆਹ ਕਿਉਂ ਨਹੀਂ ਦਿੱਤਾ। ਕਹਿੰਦੇ ਤੁਰ ਪਿਆ। ਜਦੋਂ ਮਸਜਿਦ ਦੀਆਂ ਸੀੜੀਆਂ ਚੜ੍ਹ ਰਿਹਾ ਹੈ, ਇੱਕ ਵਿਅਕਤੀ ਉਹ ਉਤਰ ਰਿਹਾ ਹੈ ਜਿਹਦੇ ਦੋਨੋਂ ਪੈਰ ਹੈ ਨਹੀਂ, ਅਤੇ ਆਪਣੇ ਹੱਥਾਂ ਦੇ ਆਸਰੇ ਇੱਕ ਪੌੜੀ ਤੋਂ ਦੂਜੀ ਪੌੜੀ, ਦੂਜੀ ਪੌੜੀ ਤੋਂ ਤੀਜੀ ਪੌੜੀ ਉਤਰ ਰਿਹਾ। ਅਤੇ ਇੱਕਦਮ ਉਹਦੇ ਮਨ 'ਚ ਆਇਆ, ਕਹਿੰਦਾ ਮੇਰੇ ਕੋਲ ਤਾਂ ਇੱਕ ਜੁੱਤੀ ਪਾਉਣ ਲਈ ਨਹੀਂ ਹੈਗੀ, ਅਤੇ ਮੈਂ ਇੰਨਾ ਤੱਤਾ ਹੋਇਆ ਆਇਆ, ਗੁੱਸੇ 'ਚ ਆਇਆ, ਇਹਦੇ ਕੋਲ ਤਾਂ ਦੋਨੋਂ ਪੈਰ ਹੀ ਹੈ ਨਹੀਂ, ਇਹ ਤਾਂ ਪੱਕਾ ਅੱਲਾ ਨਾਲ ਦੋ ਹੱਥ ਕਰਕੇ ਆਇਆ ਹੋਏਗਾ। ਉਹਨੂੰ ਆਂਦਾ ਕੀ ਗੱਲ ਹੈ, ਲੜ ਆਇਆ ਅੱਲਾ ਨਾਲ? ਕਹਿੰਦਾ ਨਹੀਂ, ਲੜ ਨਹੀਂ ਆਇਆ, ਮੈਂ ਸ਼ੁਕਰਾਨਾ ਕਰਕੇ ਆਇਆ। ਕਹਿੰਦਾ ਕਾਹਦਾ? ਕਹਿੰਦਾ ਤੇਰੇ ਕੋਲ ਤਾਂ ਪੈਰ ਹੀ ਹੈ ਨਹੀਂ। ਕਹਿੰਦਾ ਮੈਂ ਉਹਦਾ ਸ਼ੁਕਰਾਨਾ ਕਰਕੇ ਆਇਆ, ਜੋ ਹੱਥ ਵੀ ਤੰਦਰੁਸਤ ਨਾ ਰੱਖਦਾ, ਮੈਂ ਉਹਨੂੰ ਕੀ ਕਰ ਲੈਣਾ ਸੀ? ਜੋ ਮੇਰੇ ਕੋਲ ਬਚਿਆ ਹੈ ਨਾ, ਮੈਂ ਉਹਦਾ ਧੰਨਵਾਦ ਕਰ ਰਿਹਾ ਹਾਂ। ਜੇ ਵੀ ਨਾ ਬਚਦਾ ਮੈਂ ਕਰ ਕੀ ਸਕਦਾ ਸੀ? ਸਾਡੇ ਕੋਲ ਕੋਈ ਚਾਰਾ ਹੈ? ਬਾਣੀ ਸਿੱਧਾ ਕਹਤਾ, ਜਿਸ ਕੀ ਬਸਤ ਤਿਸ ਆਗੇ ਰਾਖੈ, ਪ੍ਰਭ ਕੀ ਆਗਿਆ ਮਾਨੇ ਮਾਤੇ ਉਸ ਤੇ ਚੌ ਗੁਣ ਕਰੇ ਨਿਹਾਲ, ਨਾਨਕ ਸਾਹਿਬ। ਹੁਣ ਗੁਰੂ ਸਾਹਿਬ ਜੀ ਨੇ ਆਖਿਆ ਸਾਡੇ ਹੱਥ ਕੁਝ ਨਹੀਂ, ਪਰ ਇੱਥੇ ਆਣ ਕੇ ਗੱਲ ਨਿਬੜਦੀ ਹੈ, ਜੋ ਸਾਡੇ ਕੋਲ ਬਚਿਆ ਅਸੀਂ ਉਹਦਾ ਧੰਨਵਾਦ ਕਰਨਾ ਹੈ, ਸ਼ੁਕਰਾਨਾ ਕਰਨਾ ਵੀ ਦਾਤਾ ਠੀਕ ਹੈ, ਤੇਰੀ ਰਜ਼ਾ ਹੈ। ਵੱਡੀਆਂ ਵੱਡੀਆਂ ਘਟਨਾਵਾਂ ਜਦੋਂ ਸਮਾਜ ਵਿੱਚ ਤੁਸੀਂ ਨਿਕਲੋਗੇ ਨਾ, ਜਦੋਂ ਅਸੀਂ ਸਮਾਜ ਵਿੱਚ ਨਿਕਲਦੇ ਹਾਂ, ਵੇਖਦੇ ਹਾਂ ਆਪਣੇ ਇਰਦ ਗਿਰਦ, ਆਪਣੇ ਚੁਗਿਰਦੇ 'ਚ ਸਾਨੂੰ ਆਪਣੇ ਤੋਂ ਵੱਧ ਦੁਖੀ ਸਮਾਜ ਵਿੱਚ ਮਿਲਦੇ ਨੇ, ਫਿਰ ਅਸੀਂ ਕਹਿੰਦੇ ਨਹੀਂ, ਮੇਰੇ ਇਕੱਲੇ ਨਾਲ ਨਹੀਂ ਹੋਇਆ, ਇਹ ਸਮਾਜ ਵਿੱਚ ਪਤਾ ਨਹੀਂ ਕਿੱਥੇ ਕਿਹਦੇ ਨਾਲ ਕਿਹੜੇ ਵੇਲੇ ਕਿਹੜਾ ਭਾਣਾ ਵਾਪਰ ਜਾਣਾ ਹੈ। ਬਸ ਇੰਨਾ ਚੇਤਾ ਰੱਖਣਾ, ਗੁਰੂ ਸਾਹਿਬ ਦੀ ਬਾਣੀ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਹੈ, ਚੜ੍ਹਦੀ ਕਲਾ ਵਾਲਾ ਜੀਵਨ ਜਿਊਣ ਵਾਸਤੇ ਬਖਸ਼ਿਸ਼ ਕਰਦੀ ਹੈ। ਅੱਜ ਮਾਨਸਿਕ ਤੌਰ 'ਤੇ ਜਿਵੇਂ ਲੋਕ ਪਰੇਸ਼ਾਨ ਨੇ, ਇਹਨਾਂ ਪਰੇਸ਼ਾਨੀਆਂ ਵਿੱਚੋਂ ਸਤਿਗੁਰ ਦੀ ਬਾਣੀ ਦੀ ਵਿਚਾਰ ਸਾਨੂੰ ਬਾਹਰ ਕੱਢਦੀ ਹੈ। ਸੁੱਖ ਦੁੱਖ ਦੀ ਜਦੋਂ ਖੇਡ ਵੇਖੋਗੇ ਤਾਂ ਦੁਨਿਆਵੀ ਤੌਰ 'ਤੇ ਅੱਜ ਸਰੀਰਕ ਨੂੰ ਸੁੱਖ ਦੇਣ ਵਾਲੇ ਪਦਾਰਥਾਂ ਦੀ ਮਨੁੱਖ ਦੇ ਕੋਲ ਕਮੀ ਨਹੀਂ, ਪਰ ਜੇ ਕਮੀ ਹੈ ਤਾਂ ਅੱਜ ਮਨੁੱਖ ਦੇ ਕੋਲ ਵਿਚਾਰਧਾਰਾ ਦੀ ਕਮੀ ਹੈ। ਮਾਨਸਿਕ ਤੌਰ 'ਤੇ ਤਨ ਦੇ ਟੱਬਰ ਨੂੰ ਖੁਸ਼ ਕਰਨ ਲਈ, ਸਹੂਲਤਾਂ ਦੇਣ ਲਈ ਤਾਂ ਮਨੁੱਖ ਨੇ ਬੜੀ ਖੋਜ ਕਰ ਲਈ, ਪਰ ਮਨ ਦਾ ਪਰਿਵਾਰ ਤਾਂ ਭੁੱਖੇ ਦਾ ਭੁੱਖਾ ਬੈਠਾ ਹੈ। ਉਹ ਭਾਵੇਂ ਅੱਖਾਂ ਦੀ ਗੱਲ ਹੈ, ਭਾਵੇਂ ਉਹ ਨਾਸਾਂ ਦੀ ਗੱਲ ਹੈ, ਭਾਵੇਂ ਜ਼ੁਬਾਨ ਦੀ ਗੱਲ ਹੈ, ਉਹ ਤਾਂ ਡੁੱਬ ਗਿਆ। ਜਦੋਂ ਭਗਤ ਕਬੀਰ ਜੀ ਇਹ ਸ਼ਬਦ ਵਰਤ ਰਿਹਾ ਸੀ, ਦੀਨ ਦਇਆਲ ਭਰੋਸਾ ਤੇਰਾ ਸਭ ਪਰਿਵਾਰ ਚੜ੍ਹਾਇਆ ਬੇੜਾ, ਉੱਥੇ ਗੱਲ ਮਨ ਦੇ ਪਰਿਵਾਰ ਦੀ ਹੋ ਰਹੀ ਹੈ ਕਿ ਅੱਜ ਮੈਂ ਆਪਣਾ ਮਨ ਦਾ ਸਾਰਾ ਪਰਿਵਾਰ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਤੁਹਾਡੇ ਇਸ ਜਹਾਜ਼, ਇਸ ਬੇੜੇ 'ਤੇ ਚਾੜ੍ਹ ਦਿੱਤਾ। ਹੁਣ ਮੇਰੀਆਂ ਅੱਖਾਂ ਸਹੀ ਵੇਖਣ, ਮੇਰੀ ਜ਼ੁਬਾਨ ਸਹੀ ਬੋਲੇ, ਮੇਰੇ ਕੰਨ ਸਹੀ ਸੁਣਨ, ਮੈਂ ਚੰਗੇ ਰਸਤੇ 'ਤੇ ਤੁਰ ਕੇ ਆਪਣਾ ਜੀਵਨ ਜਿਉ ਸਕਾਂ। ਗੱਲ ਫਿਰ ਉੱਥੇ ਆਣ ਕੇ ਨਿਬੜਦੀ ਹੈ, ਮੈਂ ਕਿੰਨੇ ਸਾਲ ਦੁਨੀਆ 'ਤੇ ਰਿਹਾ ਇਹ ਮਹੱਤਵਪੂਰਨ ਨਹੀਂ ਹੈ, ਪਰ ਮੈਂ ਕਿੱਦਾਂ ਜੀਵਨ ਬਤੀਤ ਕੀਤਾ ਹੈ। ਹੁਣ ਕਈ ਬੰਦੇ ਥੋੜ੍ਹਾ ਸਮਾਂ ਬਤੀਤ ਕਰਕੇ ਵੀ ਆਪਣੀ ਖੁਸ਼ਬੂ ਸਮਾਜ ਵਿੱਚ ਖਿਲਾਰ ਜਾਂਦੇ ਨੇ,
तो कई 70-70 80-80 90-90 साल उम्र भोग के भी जिन्होंने कोई नहीं याद करता, बाद च पुछदा तक नहीं। असी कोशिश करते हैं कि बंदे का दुनिया ते नाम रहे। एक गल का ख्याल रखना, बंदे का नाम थमलियां ते लिखाउण नाल नहीं रहना, बिल्डिंगां ते लिखाउण नाल नहीं रहना, बर्तनां दे उत्ते नाम रखाउण नाल बंदे का नाम दुनिया ते नहीं रहना। नाम रहना है जे तेरे पल्ले नेकी होएगी। मोया गंढ, ये माझ की वार दा वचन है, मोया गंढ नेकी सत होए। मरण तो बाद साड़ी संसार नाल गंढ जे साडे अपने पल्ले नेकी होएगी, किरदार होएगा, करैक्टर होएगा, फिर जाके गल सतगुर की बाणी दसदी है तेरी संसार नाल नेड़ता बन पाएगी। तो खैर जिहड़ी आपां गल कर रहे सी, गुरु अमरदास पातशाह जी कहंदे ए मन प्यारिया तू सदा सच संभाले, एक कुटुंब तू जे देखदा चले नाही तेरे नाले, साथ तेरा चले नाही तिस नाल क्यों चित लाई है। हुण की जे ते संसारी दुनियावी परिवार की गल है, इत्थे कौन किहदे नाल तुरदा है। साडा तां शरीर भी नाल नहीं जाना, जिहड़ा शरीर असीं इन्नियां रीझां नाल पालदे आं, पोसदे आं, वड्डा करदे आं, वो शरीर भी इत्थे पैदा होया इत्थे सड़ जांदा है। थोड़ा जिहा बन जांदा जदों आपां संस्कार करदे आं ते आपां उहनूं जल प्रवाह कर आउने आं। बाकी परिवार की खेड तां बहुत दूर दी है। किते चले ना ही तेरे नाले गल मन दी हो रही है। हे मना आ जिहड़ा तूं अपना परिवार अखां ने, कंन है, तेरे ज्ञान इंद्रे ने, जदों आत्मक तौर पर तू जीवन जिउणा है, आत्मक तौर पर बलवान करन विच इन्हां विचों एक भी चीज़ तेरी मदद नहीं करेगी। चले ना ही तेरे नाले, साथ तेरे चले नाही, तिस नाल क्यों चित लाइए। फिर क्यों चित ला रहे हैं उहदे नाल। पावे ना अखां दे, क्योंकि याद रखना अखां वेखदियां ने, पैर तुरदे ने, हथ चीज़ नूं पकड़दे ने, ये परिवार है मन दा। ये सारा आपस विच रल के चलदे ने। जे अखां वेखण ना, पैर किदां तुरनगे, हथ किदां चीज़ नूं फड़नगे। एक दूजे की मदद नाल आपां मंजिल ते पहुँचते हैं। गुरु साहब ने तां ही बाणी च उपदेश बख्शिश कीता सी कि जिंदगी नूं बलवान करन वास्ते, जिंदगी नूं तगड़ा करन वास्ते अपने सतगुर का उपदेश, अपने सतगुर दीयां विचारां, गुरदेव ने हलूणा दे के समझाया, प्राणी तू आया लाहा लैण, लगा कित को फकड़े सब मुकदी चली रैन। ये जिंदगी की रात मुकदी जा रही है, तू संसार ते कोई चंगे काम करने वास्ते आया है। दुनिया के उत्ते वधिया काम कमन काज सिरजे जग भीतर, जन्म कमन फल पाया। तुहाडा बच्चा स्कूल च पढ़दा है, तुसीं उहनूं रोजाना पुछदे हो पुत्र वड्डा होके की बनना चाहुंदा, वो टारगेट दसदा मेरा आह टारगेट है, मैं इस मंजिल ते पहुँचना चाहुंदा है। जे कोई सानूं पुछ लै कि तू दुनिया ते आया है, तेरा दुनिया के उत्ते आउण दा टारगेट की है, मकसद की है, तू दुनिया ते प्राप्त की करना चाहुंदा है। तो पातशाह की बाणी दसदी है, कमन काज सिरजे जग भीतर, जन्म कमन फल पाया, भवनिध तरन तारन चिंता मन, एक निमख न ए मन लाया गोबिंद, हम ऐसे अपराधी। हे गोबिंद असी इदां दे अपराधी हाँ, जिन प्रभ जियो पिंड था दिया, तिस की भाओ भगत नहीं साधी। हे गोबिंद असी इदां दे अपराधी हाँ, जिस मालिक ने सानू ये शरीर दिता, काया दिती, इन्नी सोहनी शरीर की बनतर बना के दिती, कह लगे तिस की भाओ भगत नहीं साधी। आपां समाज विच ना निक्के तो निक्का काम भी करिए ना, अगले तो उम्मीद लाउने आ ये ज़्यादा ना करे, पर जान लगे मेरा धन्नवाद तो कर ही देवे ना। पहली गल तो असीं उहदे बराबर कुछ ना कुछ चाहुंदे आ। तुसीं किसी की डिग्गी चीज़ फड़ के फड़ाओ तो अगले तो उम्मीद पता की लाउंदे हो, एक कम से कम ज़्यादा नहीं तो थैंक्स जरूर करे भी धन्नवाद। तुहाडा पर्स डिग्गा होवे किते चौंक च रस्ते च, तुसीं उम्मीद लाओगे अगले दे घर जाके जो समान देण जाओ कि वह तुहानूं होर कुछ ना कहे, पर कम से कम ये तो कहे भी जड़ा चंगा काम कीता है। जे एक निक्के तो निक्के काम च एक माँ बाप भी अपने बच्चों तो उम्मीद लाउंदा है, इधर तो गुरु पातशाह जी ने सानूं इन्नी सोहनी काया बख्शिश की। भलिया तेरा फर्ज बनता है जो दिन की सिरे शुरुआत करदा है, दाता सब तो पहला मेरा शुकराना है, मैनूं तू एक दिन दिता है, मैं दिन की शुरुआत कर लगा। मेरी तुहाडे गड़ी रजोई है, रात बैड ते मंजे ते लम्मे पैण तक मेरे कोलों कोई गलत काम ना करायो, मैं चंगा काम कर सकां, मेरे विच इहो जी जागृति पैदा करियो, मैं चंगी सोच दा मालक बना। एक हुंदा मेरे कोलों गलत काम हो जाए, नहीं मैं चाहुंदा राखा एक हमारा स्वामी, ओड़ा राखा मेरे अंदर बैठा, सगल घटां का अंतरजामी, ओड़ा राखा मेरे अंदर बैठा, वो मेरे शरीर की अगवाई करे, मेरियां अखां गलत ना वेखण,
मेरे कान गलत सुन ना, मेरी जुबान गलत बोले ना, तो मेरे पैर गलत रस्ते ते तुर ना। सारी खेड इत्थों निबड़दी है। जिहड़ा इंसान अज आवाजार है, परेशान है, तुसी ध्यान नाल वेखियो, सारी खेड साडे मन दी है। जो मन साडा समान सोहना इकट्ठा करेगा, सोहणियां विचारां, इहदा टब्बर, मन दे टब्बर दा जदों खुशी होएगी ना, फिर तन दे परिवार दी परवाह ही कोई नहीं, फिर संसार ते मनुख चढ़दी कला च रहेगा। गुरु गोबिंद सिंह महाराज जे आनंदपुर साहब की धरती ते अज हज़ारां सिख कोल ने, फतेह बुला रहे ने, दीवान सज रहे ने, उदों भी चढ़दी कला च है। पर जे अज चमकौर साहब की गढ़ी चों निकल के अज माछीवाड़े के जंगल में पए हुए ने, तन दे बस्तर पाटे ने, पैरों चों खून सिमरिया है, पर पातशाह का जिहड़ा मन है ना, वो फिर भी चढ़दी कला विच है। क्यों? क्योंकि मन जिहड़ी सारी खेड मन दी है। जदों तुसी इस तरीके नूं समझोगे, बाणी इहो तो समझाउंदी, मैं तो पहलां कह चुका कि आपां सारे बैठे हाँ, अज ये संसार की खेड है। अज असीं वीर पुष्पिंदर सिंह की अंतिम अरदास च बैठे हाँ, कल नूं पता नहीं साडे विचों कोई होना है कि नहीं होना, पर संसार ते बंदा मल्ला किदां मार के बैठा है। जदों किसी नाल गल करदा है, ऐदां छाती ते हत्थ मार के कहंदा है कि भाई मैं इधर दी तैनूं लंघण नहीं देवांगा, वो भलिया कुदरत है, ये कुदरत दा नेम है, तू किदां मान करदा है। बाणी च गुरदेव ने आख्या राज, माल, जोबन, ये तीन चीज़ां ने, इन्हां नूं असलीयत दा परछावां कहा सतगुर दी बाणी ने। राज भाग सदा रहिंदा है, देश इहो ही है। कदी इत्थे बाबर सी, कदी शेरशाह सूरी सी, कदी हुमायूं सी, कदी अकबर सी, कदी जहांगीर सी, कदी शाहजहां सी, कदी फ्रैक्शियर सी। देश उहो ही है, बादशाह बदलते गए, सरकारां बदलदियां गईयां, राज सदा नहीं रहा। माल कहते संपत्ति नूं, जिहड़ा अज तुहाडी परस विच पैसा है, जिहड़ा तुहाडे बैंक विच तुहाडे नां ते बोलदा है, तुसीं उस पैसे करके किसी नाल बोलना बंद कर दिओ। पैसा तो अज है, कल नूं किसी होर दे नां ते भी बोल सकदा है, फिर उस चीज़ दा मान काहदा? राज, माल, तीजा शब्द आ गया जोबन, जवानी। जवानी का काहदा मान है? जे अज बंदा जवानी का मान करदा है, पुछो बजुर्ग नूं, घर च बैठे दादे नूं पुछो, बापू तेरे ते भी जवानी आई सी? कहंदा हाँ पुत्रा, कदी मैं 5-5 किलोमीटर 10-10 किलोमीटर सिर ते भार चुक के सफ़र तय कर लैंदा सी। अज बैडरूम दे नाल वाशरूम है, तो वाशरूम तक जाण लई कोई सहारा चाहिए। जवानी सदा रही नहीं रही। जदों श्लोक वारां ते वधीक आपां पढ़दे हां, श्लोक वारां ते वधीक च पहला श्लोक है गुरु नानक साहब दा, उत्थे गुरदेव दा वाक है, उतंगी पैहोरी गहरी गंभीरी, ससड़ सोईया क्यों करी निमन ना जाए थनी। एक नूं व्याही घर आउंदी है, उन्हें अदब ना कीता सस दा, ते दूजी भैन ने पूछा, भैने तू अज अपने परिवार का अदब नहीं किया। एक व्यंग कसिया गुरुदेव पिता महाराज ने, वो कहती क्यों चुका, मेरी जवानी है। तो गुरुदेव जी कह लगे ससुड़ मीनिंग सस, सोईया क्यों करी निमन ना जाए थनी, मेरा जोबन मैनू चुकन नहीं दिंदा। वो कहती है भैने गच दे लगा गिड़वड़ी, सेब ही ढेंदे डिठ मैं मुंद ना गर्भ थनी। वो मेरी भैने इत्थे बड़े बड़े महल जिहड़े आसमान नूं सूंहदे सी ना, वो मैं जमीन ते डिगदे वेखे ने। इत्थे भैणीए जोबन दा काहदा मान है, भावें वो कोई भी होवे, जवानी दा काहदा मान। तीन गल्लां आ गईयां, राज, माल ते जोबन, जवानी। पातशाह जी कहते राज, माल, जोबन सब शाम। इत्थे शब्द वरते शाम। छां की हुंदी है? जिवें दरखत दा परछावां हुंदा है। छां असलीयत नहीं हुंदी, असलीयत दा परछावां हुंदा है। हुण आपां जदों वेखदे हां सूरज चढ़दा है, दरखत उत्ते आण के जदों सूरज की रोशनी पैंदी है, तो दूजे बन्ने उहदा परछावां बन जांदा, जिहनूं आपां छां कहने आ। छां सदा रहिंदी है, ज्यों-ज्यों सूरज घूमी जाना है। घूमदा तो वैसे धरती है, पर आपां उहनूं अपनी बोली सूरज घूमना कहने आ। घूमदी धरती, सूरज अपनी जगह ते खलोता होया है, पर ज्यों-ज्यों सूरज दूजे बन्ने जांदा है, त्यों जिथे धुप्प है उत्थे छां आ जांदी, ते छां उत्थे धुप्प आ जांदी है। गुरु पातशाह की बाणी इहो सानूं सिखा रही है, भाई तू संसार ते आया है, ये प्यार मुहब्बत ते रिश्ते दोस्ती इन्हां दे नाल संसार ते मनुख अगे बनदा है, अगे तुरदा है। ये जीवन बार बार नहीं मिलना, ये जीवन तैनूं मिलिया बहती जात कदे दृष्ट ना धारत, मिथ्या मोह बंधे ने तो पार च। ये इदां है जिवें किसी नदी का दरिया का पानी अपनी रफ्तार तुरिया जा रहा है, तो जिहड़ा पानी एक बारी पुल थल्लों लंघ गया, दोबारा उस पानी नूं पुल थल्लों लंघण का मौका
नहीं मिलना। असी कई बारी कह दिंने आ ये वरे वरे का दिन है, साल बाद दिन आता है, पर सच्चाई पता की है, कोई भी दिन साल बाद साड़ी जिंदगी च नहीं आता, क्योंकि दिन एक बार आना है। वो दिन बदलते जाने ने। जे अज 17 तरीक है, ये 17 नवंबर दोबारा आनी है, पर 21 नहीं ना आना, 22 आना है ना। फिर वरे का दिन तो होया जे दोबारा फिर 22 आवे, फिर कहांगे भाई एक साल ये दोबारा फिर वो दिन आ गया। नहीं नहीं नहीं, ये एक साल जिहड़ा हुण पहला दिन आया सी उदों होर सी, हुण दिन आया एक साल पुराना हो चुका है, जिन्हों आपां पुरानी चीज़ कह दिंदे कई बारी। तुसीं अज कोई चीज़ लैके आए जे फ्रैश, तुसीं की कहंदे हो अज नवीं लैके आया, पर कल तो नवीं नहीं ना कह सकते, कल तो एक दिन पुरानी हो जानी है, परसों 2 दिन पुरानी, 3 दिन पुरानी हो जानी, हौली हौली फिर कहोगे 6 महीने है, साल है, 10 साल है, पुरानी होंदी जाएगी। इक्को चीज़ नवीं है, किहड़ी भला? साहिब मेरा, सारे बोलो जी, साहिब मेरा नीत नवा। दुनिया अंदर किसी गायक ने गाना भी गाया है ना, वो भी कहा जाएगा ये 5 साल पुराना है, 10 साल पुराना है। कोई बिल्डिंग बनेगी, कोई इमारत बनेगी, किसी ने कपड़े की सिलाई कराई है, किसी ने नवी गड्डी लियांदी है, ये होएगा ये इन्ने साल पुरानी है। पर साहिब बारे कोई ये नहीं कह सकता ये पुराना है, ये साहिब मेरा, सारे बोलो जी, साहिब मेरा नीत नवा। ये नवा शब्द क्यों वरत्या इत्थे भला? नवे का की मतलब है? उसका मतलब ये है, जदों तुसी कोई चीज़ नवीं लैके आउंदे हो ना, तुहाडा बड़ा प्यार हुंदा उस नवीं चीज़ नाल। तुसीं वेखो कोई बंदा गड्डी नवीं लैके आवे, कोई भी नवीं चीज़ बंदे नूं आउंदी है तो उसदी बहुत केयर करदा है। ज्यों ज्यों पुरानी हुंदी जांदी है फिर उसदा ध्यान उन्ना नहीं रखदा। कहंदे जदों मैं अपने गुरु नाल सांझ पाउणा ना, मैनूं रोज़ इंज लगदा मैं नवीं चीज़ दे नाल सांझ पा रिहा। रोज़ रोज़ मेरे नाल सोहणे सोहणे विचार हुंदे ने, साहिब मेरा नीत नवा, सदा सदा दा तार। अज लोड़ है सानू अपने साहिब नाल नित सांझ पाओ। रोज़ समा कढ़ के सतगुर दी बाणी पढ़ो, भावें 10 मिनट 15 मिनट। अजोका समा तो साढ़े कोल इदां है मेरियो भैणों, मेरी हाथ जोड़ के बेनती है, पुराना समा सी चलो, हुण तां साढ़े कोल साधन एडे कमाल दे आ गए। ये तो सेम इदां है जिवें घर विच आपां अपने बच्चों लई रोटी बनाईए तो बच्चा रोटी ना टाइम सिर खावे, आपां कहने पुत्तर धीए तू बनाई नहीं सी, तू मैं बना के रखी, तू खा ही लैंदा। अज अपने पुरखियां वाल वेखीदा, उन्हां कहना पुत्रो तुसीं लिखना तो अगे की सी, जो तुहानूं लिख के दे के गए सी उहनूं पढ़ ही लैंदे, रमाला चुकते दर्शन करते। 2 तुकां अज मारिओ अपने सिख परिवारां दे वल ध्यान। टावें परिवार ने जिन्हां ने अपनी जिंदगी च अपने सतगुर दी बाणी नूं खुद पढ़िया ते विचारिया है। हर सिख दा सहज पाठ निरंतर जारी चाहिदा है, भावें एक शब्द रोज़ पढ़े, अद्धा पढ़े, एक पंक्ति भी रोज़ पढ़े, पर पढ़े तो जरूर ना, उन्होंने विचारे मेरे सतगुर ने की किया है। जो पढ़ांगे फिर असीं हर समस्या, ये जिंदगी च कदी ना सोचो समस्यावां नहीं आउणियां, ना 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 ना, समस्यावां दा ना जिंदगी है, समस्यावां आउणगियां। बाणी पढ़ के विचार के मनोबल एडा उच्चा होएगा कि समस्यावां नाल नजिठना मनुख दी अंदर दी ताकत बन जाएगी। तुसीं ये को भी समस्या ना आवे, समस्यावां आउणगियां। ये दुख सुख जिंदगी दे कपड़े ने, जे तुसीं सुख दा कपड़ा पाया तो दुख दा कपड़ा तुहाडे दरवाजे दे अगे खलोता है। जे तुसीं अज दुख वाला कपड़ा पाया तो सुख वाला कपड़ा तुहाडे दरवाजे दे बाहर बैठा होया है। ये हुण तुसीं वेखना, हुण ध्यान नाल सुणिओ। आपां सवेरे कपड़े पाउने नहा धो के, शामां नूं गंदे हो जांदे ने, वो उतार दे दूजे पा लईदे ने। ਇਹਦਾ मतलब इदां ही दुख सुख 2 कपड़े ने, दुख भी आना सुख भी आना है। पर आप अपने सतगुर नूं ये कहना, सच्चा पातशाह जदों सुख आवे मैं हंकार च ना आवां, जदों दुख आवे उदों मेरा मन डोले ना, मैं चढ़दी कला विच अपना जीवन बतीत करा। जिदन मेरे घर विच खुशियां आउंदियां ने, घर ओही हुंदा, इक्को घर है जिस घर विच ना कदी खुशी है ते ना कदी सोग है। वो किहड़ा है भला? ना वो मरै, सारे बोलो, ना वो मरै ना होवे सोग। हुण परमेश्वर दे घर मृत्यु ही है नहीं, सोग कित्थों होना है? साडा घर हुंदा कदी लड़ियां लगियां हुंदियां ने, डेकोरेशन कीती हुंदी, की है जी? पुत्र दा जन्मदिन है, पोतरे दा जन्मदिन है, पुत्र दा आनंद कारज है। घर ओही हुंदा है, कदी दरियां विछियां हुंदियां ने। असीं उदास हाँ, साडे नाल घर भी उदास हो जाता है। असीं खुश हुंदे आ, साडे नाल घर भी खुश हुंदा है। जिद्दन अपने घर खुशी हुंदी है, इंज लगदा अज पर्दे भी हस रहे ने, अज खिड़कियां भी हस रहीआं ने, अज घर की कल्ली कल्ली चीज़ गमलियां च पए फुल भी मेरे नाल मुस्कुरा रहे ने। अज मैं उदास हाँ,
ਅੱਜ ਮੈਨੂੰ ਇੰਝ ਲੱਗਦਾ ਉਹ ਅੱਜ ਫੁੱਲ ਵੀ ਨਹੀਂ ਖਿੜਿਆ, ਅੱਜ ਗਮਲੇ 'ਚ ਪਏ ਫੁੱਲ ਵੀ ਮੁਰਝਾ ਗਏ। ਕਿਉਂ? ਕਿਉਂਕਿ ਸਾਰੀ ਖੇਡ ਮਨ ਦੀ ਹੈ। ਇਹ ਮਨ ਤੁਹਾਨੂੰ ਇੱਕ ਦੁਨੀਆ ਵਿਖਾਉਂਦਾ ਹੈ। ਜਿੱਦਾਂ ਦਾ ਤੁਸੀਂ ਮਨ ਚਿੱਤਰ ਲੈਂਦੇ ਹੋ ਉੱਦਾਂ ਦੀ ਤੁਹਾਨੂੰ ਮਨ ਸੀਸੇ ਦੀ ਨਿਆਈ ਹੈ। ਸੀਸਾ ਸਾਫ਼, ਅਸੀਂ ਜਦੋਂ ਚਸ਼ਮਾ ਲਾਉਂਦੇ ਹਾਂ ਉਹਦਾ ਸੀਸਾ ਕਿਉਂ ਸਾਫ਼ ਕਰੀਦਾ? ਗੱਡੀ ਚਲਾਉਂਦੇ ਹੋ ਤੁਸੀਂ ਕਿਉਂ ਪੇਪਰ ਨਾਲ ਸੀਸੇ ਸਾਫ਼ ਕਰੀਦੇ ਨੇ? ਵੀ ਜੇ ਸੀਸਾ ਸਾਫ਼ ਹੋਏਗਾ, ਗਲਾਸ ਸਾਫ਼ ਹੋਏਗਾ, ਮੈਨੂੰ ਰੋਡ ਸਾਫ਼ ਦਿਸੇਗਾ। ਮਨ ਵੀ ਇੱਦਾਂ ਹੀ ਹੈ। ਜਦੋਂ ਤਾਂ ਹੀ ਤਾਂ ਸਤਿਗੁਰ ਦੀ ਬਾਣੀ ਕਹਿੰਦੀ ਹੈ, ਰੋਜ਼ ਆਪਣੇ ਇਸ ਮਨ ਦੇ ਸੀਸੇ ਨੂੰ ਸਾਫ਼ ਕਰ। ਮਲਣ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਪੁਰਾਣੇ ਸਮੇਂ 'ਚ ਲਾਂਟਣਾ ਹੁੰਦੀਆਂ ਸੀ, ਬਜ਼ੁਰਗ ਮਾਵਾਂ ਨੇ ਵੇਖੀਆਂ ਹੋਣੀਆਂ। ਉਹ ਲਾਂਟਣਾ ਜਦੋਂ ਸ਼ਾਮਾਂ ਪੈਣੀਆਂ ਤੇ ਬਜ਼ੁਰਗਾਂ ਨੇ ਬੱਚਿਆਂ ਨੂੰ ਕਹਿਣਾ, ਪੁੱਤਰਾ ਕੱਪੜਾ ਲੈ ਕੇ ਇਹਦੀ ਚਿਮਣੀ ਸਾਫ਼ ਕਰ ਦਿਓ ਲਾਂਟਣ ਦਾ। ਕਾਹਦੇ ਲਈ? ਇਸ ਕਰਕੇ ਵੀ ਜਦੋਂ ਆਪਾਂ ਇਹਦੇ ਵਿੱਚ ਲਾਈਟ ਜਗਾਵਾਂਗੇ, ਜੇ ਸੀਸਾ ਸਾਫ਼ ਹੋਏਗਾ ਤਾਂ ਰੌਸ਼ਨੀ ਸਾਰੇ ਘਰ 'ਚ ਆਏਗੀ। ਉਹਦਾ ਸੀਸਾ ਸਾਫ਼ ਕਰਨਾ। ਜੋਤ ਤਾਂ ਸਾਰਿਆਂ ਵਿੱਚ ਹੀ ਉਹਦੀ ਹੈ, ਮਨ ਦੇ ਸੀਸੇ ਹੀ ਕਾਲੇ ਹੋ ਗਏ ਨੇ। ਇਸ ਨੂੰ ਬਾਣੀ 'ਚ ਲਿਖਿਆ, ਜਨਮ ਜਨਮ ਕੀ ਇਸ ਮਨ ਕੋ ਮੜ ਲਾਗੀ, ਕਾਲਾ ਹੋਆ ਸਿਆ। ਮਨ ਦਾ ਸੀਸਾ ਕਾਲਾ ਹੋਣ ਕਰਕੇ ਦੇਸੀ ਕੁਝ ਨਹੀਂ ਰਿਹਾ। ਤੇ ਸਤਿਗੁਰ ਦੀ ਬਾਣੀ ਕਹਿੰਦੀ, ਰੋਜ਼ ਗੁਰੂ ਦੇ ਸ਼ਬਦ ਦਾ ਕੱਪੜਾ ਲੈ, ਰੋਜ਼ ਆਪਣੇ ਗੁਰੂ ਦੇ ਸ਼ਬਦ ਨਾਲ ਵਿਚਾਰ ਕਰ। ਆਪਣੇ ਘਰਾਂ 'ਚ ਸੀਸਾ ਕਿਉਂ ਲਾਈਦਾ? ਮਨੁੱਖ ਆਪਣੇ ਘਰ ਸੀਸਾ ਕਿਉਂ ਲਾਉਂਦਾ? ਭਲਾ ਮੈਂ ਆਪਣੇ ਆਪ ਨੂੰ ਵੇਖ ਸਕਾਂ, ਮੈਂ ਤਿਆਰ ਹੋਇਆ, ਮੈਨੂੰ ਮੇਰੇ ਕੱਪੜੇ ਠੀਕ ਲੱਗਦੇ ਨੇ। ਸੀਸਾ ਤਨ ਵਿਖਾਉਂਦਾ ਸਾਨੂੰ। ਪਰ ਪ੍ਰੋਫੈਸਰ ਸਾਹਿਬ ਸਿੰਘ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਕੌਮ ਦੀ। ਜਿਸ ਗੁਰਬਾਣੀ ਦੇ ਅਰਥ ਕੀਤੇ ਉਹਦਾ ਨਾਂ ਰੱਖਿਆ ਦਰਪਣ। ਦਰਪਣ ਮੀਨਿੰਗ ਸੀਸਾ। ਘਰ 'ਚ ਲੱਗਾ ਕੰਧ ਨਾ ਸੀਸਾ, ਦੀਵਾਰ ਨਾ ਸੀਸਾ ਮੇਰੀ ਬੋਡੀ ਵਿਖਾਉਂਦਾ ਮੈਨੂੰ, ਮੇਰਾ ਤਨ ਵਿਖਾਉਂਦਾ ਹੈ। ਗੁਰਬਾਣੀ ਸੀਸਾ ਮੈਨੂੰ ਮੇਰਾ ਮਨ ਵਿਖਾਉਂਦੀ ਹੈ, ਤੇਰਾ ਮਨ ਕਿੱਦਾਂ ਦਾ ਹੈ। ਮੈਂ ਆਪਣੇ ਮਨ ਨੂੰ ਰੋਜ਼ ਵਾਚਣਾ ਹੈ, ਰੋਜ਼ ਸਮਝਣਾ ਹੈ, ਰੋਜ਼ ਚੜ੍ਹਦੀ ਕਲਾ ਵਿੱਚ ਜੀਵਨ ਜਿਉਣ ਦੀ ਪ੍ਰੇਰਨਾ ਆਪਣੇ ਸਤਿਗੁਰ ਦੀ ਬਾਣੀ ਕੋਲੋਂ ਲੈਣੀ ਹੈ। ਕਦੀ ਆਪਣੀ ਜ਼ਿੰਦਗੀ 'ਚ ਇੱਕ ਬੇਨਤੀ ਮੈਂ ਅਖੀਰ 'ਤੇ ਕਰਕੇ ਤੁਹਾਡੇ ਕੋਲੋਂ ਖਿਮਾ ਮੰਗਾਂ, ਧਿਆਨ ਨਾਲ ਸੁਣਿਓ। ਕਿਸੇ ਜਵਾਨ ਭੈਣ ਦਾ ਪਤੀ ਚੜ੍ਹਾਈ ਕਰ ਜਾਏ, ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ਬਦ ਸੁਣਨੇ ਪੈਂਦੇ ਨੇ ਉਹਨਾਂ ਭੈਣਾਂ, ਉਹਨਾਂ ਧੀਆਂ, ਉਹਨਾਂ ਬੱਚੀਆਂ ਨੂੰ। ਧਿਆਨ ਨਾਲ ਸੁਣਿਓ ਮੇਰੀ ਉਹ ਭੈਣੋ, ਕੀ ਕਹਿਣਗੇ? ਕਿਤੇ ਕਰਮ ਪਿੱਛੇ ਮਾੜੇ ਕੀਤੇ ਹੋਣੇ। ਇਹ ਸ਼ਬਦ ਸਾਡਾ ਸਮਾਜ ਦਿੰਦਾ ਹੈ, ਗੁਰੂ ਨਹੀਂ। ਜਿਸ ਬਾਪ ਦਾ ਪੁੱਤਰ ਚੜ੍ਹਾਈ ਕਰ ਜਾਏ, ਕਈ ਵਾਰੀ ਸਮਾਜ ਵਾਲੇ ਸ਼ਬਦ ਬੋਲਦੇ ਨੇ, ਉਹ ਕਰਮ ਮਾੜਾ ਕੀਤਾ ਹੋਣਾ ਨੇ। ਹੁਣ ਮੈਂ ਸਵਾਲ ਕਰ ਲੱਗਾ, ਧਿਆਨ ਨਾਲ ਸੁਣਿਓ। ਜੇ ਕਿਸੇ ਦੇ ਦਿਮਾਗ 'ਚ ਸਵਾਲ ਹੋਵੇ ਤਾਂ ਮੈਨੂੰ ਗੱਡੀ 'ਚ ਬਹਿਣ ਤੋਂ ਪਹਿਲਾਂ ਪੁੱਛਿਓ ਜ਼ਰੂਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 4 ਸਾਹਿਬਜ਼ਾਦਿਆਂ ਦਾ ਸੰਸਕਾਰ ਨਹੀਂ ਕੀਤਾ ਕਿ ਪਿਛਲੇ ਜਨਮ 'ਚ ਕੋਈ ਕਰਮ ਮਾੜਾ ਕੀਤਾ ਸੀ? ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ 7 ਮਹੀਨੇ ਦੇ ਸਾਹਿਬਜ਼ਾਦੇ ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ, ਪਿੱਛੇ ਕੋਈ ਕਰਮ ਮਾੜਾ ਕੀਤਾ ਸੀ? ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਸਨ, ਜਿੱਦਣ ਉਹਦਾ ਪਤੀ ਲਾਹੌਰ ਦੀ ਧਰਤੀ ਤੇ ਤੱਤੀ ਤਵੀ ਤੇ ਬਿਠਾ ਕੇ ਦੇਗ ਵਿੱਚ ਉਬਾਲਾ ਦਿੱਤਾ ਗਿਆ, ਸੀਸ ਤੇ ਤੱਤਾ ਰੇਤਾ ਪਾਇਆ ਗਿਆ। ਕੀ ਕਰਮ ਮਾੜਾ ਕੀਤਾ ਸੀ ਕੋਈ? ਉਹ ਤੇ ਕਰਮ ਇੰਨੇ ਚੰਗੇ ਕੀਤੇ ਸੀ, ਖੂਹ ਲਵਾ ਕੇ ਦਿੱਤੇ ਲੋਕਾਂ ਨੂੰ। ਜੇ ਕਿਸੇ ਹਿੰਦੂ ਦਾ ਘਰ ਟੱਠਾ ਤੇ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਦੀ ਦਸਵੰਧ ਦੀ ਕਮਾਈ ਨਾਲ ਉਹਦਾ ਘਰ ਬਣਾਇਆ। ਜੇ ਕੋਈ ਮੁਸਲਮਾਨ ਪੂਰਾ ਹੋਇਆ ਉਹਨੂੰ ਦਫਨਾਇਆ, ਕੋੜੀ ਖਾਨੇ ਤਿਆਰ ਕੀਤੇ ਗਏ। ਜਿਹੜੀ ਜ਼ਿੰਮੇਵਾਰੀ ਜਹਾਂਗੀਰ ਬਾਦਸ਼ਾਹ ਦੀ ਸੀ, ਉਹ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਨੇ ਨਿਭਾਈ। ਤੇ ਲਾਹੌਰ 'ਚ ਆਵਾਜ਼ ਆਈ, ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਪਰ ਉਹ ਲਾਹੌਰ ਹੈ ਜਿੱਥੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਕਿਉਂ? ਇਹ ਸਵਾਲ ਹੈ ਕਿਉਂ? ਪਤਾ ਕਿਉਂ? ਕਿਉਂਕਿ ਸਮੇਂ ਦੀਆਂ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਕੋਈ ਲੋਕ ਪ੍ਰਿਆ, ਜਿਹਨੂੰ ਲੋਕ ਇਹਨਾਂ ਪਿਆਰ ਕਰਨ। ਅੱਜ ਵੀ ਸਮਾਜ ਵਿੱਚ ਸਰਕਾਰਾਂ ਦੀ ਅੱਜ ਵੀ ਹਾਲਤ ਹੋਈ ਹੈ। ਅੱਜ ਵੀ ਜੇ ਕੋਈ ਬੰਦਾ ਆਪਣੇ ਬਲ ਬੂਤੇ ਤੇ ਚੰਗੇ ਕੰਮ ਕਰਨਾ ਚਾਹੁੰਦਾ ਹੈ ਤੇ ਨਲਾਇਕ ਸਰਕਾਰਾਂ ਆਪ ਨਹੀਂ ਕਰਦੀਆਂ, ਉਲਟਾ ਉਹਦੇ ਸਾਹਮਣੇ ਦੀਵਾਰ ਖੜੀ ਕਰਦੀਆਂ ਨੇ ਕਿ ਸਾਡੀ ਨਲਾਇਕੀ ਜੱਗ ਜ਼ਾਹਰ ਹੋਏਗੀ। ਇਹ ਸਮਾਂ ਸ਼ੁਰੂ ਤੋਂ ਇਹੋ ਚਾਲ ਚੱਲਦਾ ਗਿਆ। ਉਹਨਾਂ ਕਿਹਾ ਨਹੀਂ, ਇਹਨਾਂ ਨੂੰ ਉਬਾਲੇ ਦੇ ਦਿਓ, ਪਾਪ ਖਤਮ ਕਰ ਦਿਓ। ਜਾਸਾ ਕਾਨੂੰਨ ਦੇ ਤਹਿਤ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਦੇਗ 'ਚ ਉਬਾਲਾ ਦਿੱਤਾ ਗਿਆ। ਤਸੀਹੇ ਚੱਲਣ ਤੋਂ ਬਾਅਦ ਵੀ ਪਰ ਮਾਤਾ ਗੰਗਾ ਜੀ, ਜਿਨ੍ਹਾਂ ਦੇ ਸਿਰ ਦੇ ਕੇਸ ਕਾਲੇ ਨੇ, ਇਹ ਸ਼ਬਦ ਤੇ ਉਸ ਵਕਤ ਵੀ ਸੁਣਨ ਨੂੰ ਮਿਲੇ ਹੋਣਗੇ। ਮਾਤਾ ਗੁਜਰ ਕੌਰ ਜੀ, ਜਦੋਂ ਪਤੀ ਦਾ ਸੀਸ ਆਇਆ ਭਾਈ ਜੈਤਾ ਜੀ ਹੁਣੀ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਐਦਾਂ ਆਪਣੀ ਝੋਲੀ 'ਚ ਸੀਸ ਪਵਾਇਆ। 2 ਹਿੱਸਿਆਂ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਹੁੰਦਾ। ਧੜ ਦਿੱਲੀ,
ਤੇ ਸੀਸ ਪੰਜਾਬ ਦੀ ਧਰਤੀ ਤੇ। ਕਦੀ ਆਪਣੀ ਹਿਸਟਰੀ ਤਾਂ ਪੜ੍ਹ ਕੇ ਵੇਖੋ, ਕਦੀ ਆਪਣੇ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਬਾਣੀ ਤਾਂ ਪੜ੍ਹ ਕੇ ਵੇਖੋ, ਸਮਝ ਆ ਜਾਏਗੀ ਗੁਰੂ ਸਾਹਿਬ ਦੀ ਬਾਣੀ। ਇੱਥੇ ਸਮਾਜ ਵਿੱਚ ਕਿਤੇ ਐਕਸੀਡੈਂਟ ਵਿੱਚ ਕਿਸੇ ਦਾ ਪੁੱਤਰ 10-15 ਸਾਲ ਦਾ ਚੜ੍ਹਾਈ ਕਰ ਜਾਏ, ਕੀ ਕਹਿਣਗੇ? ਇਹ ਅਵਗਤ ਹੈ, ਇਹਦੀ ਰੂਹ ਭਟਕਦੀ ਫਿਰਦੀ। ਇੱਦਾਂ ਦੇ ਸ਼ਬਦ ਸਮਾਜ ਬੋਲਦਾ ਹੈ। ਆ ਤਾਂਤਰਿਕਾ, ਜੋਤਸ਼ੀ, ਪਾਂਦੇ ਸਿਆਣੇ ਬਾਬੇ ਜਿਹੜੇ ਥਾਂ ਥਾਂ ਤੇ ਤੁਰੇ ਫਿਰਦੇ ਨੇ, ਇੱਦਾਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਦੇ ਨੇ, ਜਿਹੜੇ ਗੈਬੀ ਸ਼ਕਤੀਆਂ ਦੱਸਦੇ ਫਿਰਦੇ ਨੇ। ਤੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਹੁੰਦਾ, ਉਹ ਜੇ ਤੁਹਾਡੇ 'ਚ ਇੰਨੀਆਂ ਹੀ ਗੈਬੀ ਸ਼ਕਤੀਆਂ ਨੇ, ਬਾਰਡਰਾਂ 'ਤੇ ਜਾਓ, ਚੌਥੇ ਦਿਨ ਕੋਈ ਨਾ ਕੋਈ ਫੌਜੀ ਪੁੱਤ ਮਾਂ ਦਾ ਚੜ੍ਹਾਈ ਕਰਕੇ ਆ ਜਾਂਦਾ। ਜੇ ਤੁਹਾਡੇ 'ਚ ਇੰਨੀਆਂ ਗੈਬੀ ਸ਼ਕਤੀਆਂ ਨੇ, ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ? ਇਸ ਚੀਜ਼ 'ਚੋਂ ਬਾਹਰ ਨਿਕਲੋ। ਜੇ ਕਿਸੇ ਮਾਂ ਦਾ ਪੁੱਤ 10-12-15 ਸਾਲ ਦਾ ਐਕਸੀਡੈਂਟ 'ਚ ਡੈਥ ਹੋ ਜਾਏ, ਸਮਾਜ ਕੀ ਆਂਦਾ? ਕੀ ਆਂਦਾ ਜੀ? ਅਵਗਤ ਹੈ, ਰੂਹ ਭਟਕਦੀ ਫਿਰਦੀ ਹੈ। ਹੁਣ ਮੇਰਾ ਅਗਲਾ ਸਵਾਲ ਹੈ, ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਸੀ? 7 ਸਾਲ ਉਮਰ ਪੂਰੀ ਹੋ ਗਈ ਸੀ। ਜਿਹੜੀਆਂ ਮਾਵਾਂ ਦੇ ਹੁਣ ਪ੍ਰੋਬਲਮ ਇਹ ਹੈ, ਅਸੀਂ ਸਵੇਰੇ ਉੱਠ ਕੇ 5-7 ਦਾ ਪੇਪਰ ਤਾਂ ਪੜ੍ਹ ਲੈਂਦੇ ਹਾਂ, ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਦੇ ਪੜ੍ਹ ਕੇ ਵੇਖੀ ਨਹੀਂ। ਅਸੀਂ ਹਜ਼ਾਰਾਂ ਦਾ ਰਮਾਲਾ ਲੈਣਾ ਚਲਾ ਕੇ ਤੇ ਚੜ੍ਹਾ ਲੈਂਦੇ ਹਾਂ। 4-4 ਘਰਾਂ 'ਚ ਅਖਬਾਰਾਂ ਆਉਂਦੀਆਂ ਨੇ, ਪਰ ਕਦੀ ਆਪਣੇ ਗੁਰੂ ਦੀ ਬਾਣੀ ਪੜ੍ਹ ਕੇ ਵੇਖੀ? ਅੱਜ ਸਿੱਖ ਅਖਵਾਉਣ ਵਾਲੇ ਦੇ ਸਾਹਮਣੇ ਕੋਈ ਟੀਵੀ ਇੰਟਰਵਿਊ ਵਾਲਾ ਇੱਦਾਂ ਮੈਂ ਕਰੇ, ਮੈਨੂੰ 10-5 ਗੱਲਾਂ ਗੁਰਬਾਣੀ 'ਚ ਦੱਸ। ਨਹੀਂ ਜੀ ਮੈਨੂੰ ਪਤਾ ਨਹੀਂ। ਅੰਮ੍ਰਿਤ ਛਕੇ ਨੂੰ ਕਿੰਨਾ ਚਿਰ ਹੋ ਗਿਆ? ਕਹਿੰਦਾ 34 ਸਾਲ ਜੀ। ਬੱਚਾ 15 ਸਾਲ 10 ਸਾਲ ਸਕੂਲ ਜਾਂਦਾ ਤਾਂ ਉਹ ਇੱਕ ਗੱਲ ਪੜ੍ਹ ਕੇ ਦੱਸਦਾ ਹੈ। ਕਿਉਂ? ਕਿਉਂਕਿ ਉਹਨੇ ਉਹਨਾਂ ਕਿਤਾਬਾਂ ਵਿੱਚੋਂ ਦੀ ਲੰਘਿਆ ਹੈ। ਕੋਈ ਬੱਚਾ ਐਡਵੋਕੇਟ ਬਣਦਾ, ਉਹਨਾਂ ਕਿਤਾਬਾਂ ਵਿੱਚੋਂ ਦੀ ਲੰਘਿਆ ਹੈ। ਕੋਈ ਡਾਕਟਰ ਬਣਿਆ ਤੇ ਉਹਨੇ ਕਿਤਾਬਾਂ ਵਿੱਚੋਂ ਦੀ ਆਪਣੇ ਆਪ ਨੂੰ ਲੰਘਾਇਆ ਹੈ। ਤੇ ਸਾਡੇ ਕੋਲ ਤਾਂ ਏਡਾ ਵੱਡਾ ਮਾਨ ਖਜ਼ਾਨਾ ਸੀ ਆਪਣੇ ਸਤਿਗੁਰ ਦੀ ਬਾਣੀ ਦਾ। ਅੱਜ ਸੰਪਟ ਪਾਠ ਹੋ ਰਹੇ ਨੇ, ਕੋਤਰੀਆਂ ਹੋ ਰਹੀਆਂ ਨੇ, ਇੱਕ ਪਾਠ ਦਾ ਭੋਗ ਪੈਂਦਾ, ਦੂਜਾ ਸ਼ੁਰੂ ਹੋ ਜਾਂਦਾ। ਲੋੜ ਹੈ ਆਪਣੇ ਸਤਿਗੁਰ ਦੀ ਬਾਣੀ ਪੜ੍ਹੋ, ਚੜ੍ਹਦੀ ਕਲਾ 'ਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਸਮਾਂ ਆਪਣੀ ਰਫਤਾਰ ਤੁਰਿਆ ਜਾਂਦਾ ਹੈ, ਸਦਮਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੀ ਭੈਣ ਫਰਵਰੀ 'ਚ ਵਿਆਹੀ ਇਸ ਘਰ 'ਚ ਆਈਏ, ਔਖਾ ਸਮਾਂ ਹੈ, ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਮੇਰੀ ਇਹ ਭੈਣੇ ਡੋਲੀ ਨਾ। ਸਮਾਂ ਆਪਣੀ ਰਫਤਾਰ ਤੁਰਿਆ ਜਾਂਦਾ ਹੈ, ਦਿਨ ਬਦਲ ਜਾਂਦੇ ਨੇ। ਭਾਈ ਜੇਠਾ ਜੀ ਦੀ ਉਮਰ 5 ਤੇ 7 ਸਾਲ ਸੀ, ਜਦੋਂ 5 ਤੇ 7 ਸਾਲ ਦੀ ਉਮਰ 'ਚ ਹੀ ਉਹਨਾਂ ਦੇ ਮਾਂ-ਬਾਪ ਚੜ੍ਹਾਈ ਕਰ ਗਏ। ਜਦੋਂ ਯਤੀਮ ਹੋ ਗਏ ਨਾ, ਤੇ ਲਾਹੌਰ 'ਚੋਂ ਕੱਲੇ ਨੇ ਕਿਹਾ ਕੀ ਬਣੇਗਾ ਹੁਣ, ਮਾਂ-ਬਾਪ ਤੇ ਰਿਹਾ ਨਹੀਂ। ਨਾਨੀ ਬਾਸਰ ਕੇ ਲੈ ਆਏ ਉਹਨਾਂ ਨੂੰ। ਉਦੋਂ ਬਾਬਾ ਅਮਰਦਾਸ ਸੀ, ਅਜੇ ਗੁਰੂ ਨਹੀਂ ਸੀ ਬਣੇ। ਤੇ ਗੁਰੂ ਅਮਰਦਾਸ ਜੀ ਦੀ, ਬਾਬਾ ਅਮਰਦਾਸ ਜੀ ਦੀ ਨਿਗਾਹ ਨੇ ਪਰਖ ਲਿਆ, ਜਿਹੜਾ ਛੋਟੀ ਉਮਰ 'ਚ ਹੀ ਸਿਰ 'ਤੇ ਕਬੀਲਦਾਰੀ ਚੱਕੀ ਫਿਰਦਾ, ਕੋਈ ਆਮ ਬੱਚਾ ਨਹੀਂ ਹੈ। ਤੁਸੀਂ ਵੇਖਿਆ ਨਾ, ਕਈ ਵਾਰੀ ਮਾਂ-ਬਾਪ ਦੇ ਹੁੰਦਿਆਂ ਬੱਚੇ ਸੁੱਤੇ ਨਹੀਂ ਆਵਾਜ਼ ਦਿੰਦੇ, ਤੇ ਕਈ ਛੋਟੇ ਬੱਚੇ ਅਖਬਾਰਾਂ ਵੇਚ ਰਹੇ ਹੁੰਦੇ ਨੇ, ਤੇ ਪੱਠੇ ਪਾ ਰਹੇ ਹੁੰਦੇ ਨੇ, ਕਾਰਾਂ ਸਾਫ਼ ਕਰ। ਸਮਝ ਆ ਜਾਂਦੀ ਵੀ ਇਹ ਬੱਚਾ ਜਿਹੜਾ ਹੁਣੇ ਜ਼ਿੰਮੇਵਾਰੀ ਚੱਕ ਰਿਹਾ, ਇਹਨੂੰ ਜ਼ਿੰਮੇਵਾਰੀਆਂ ਕੁਦਰਤ ਨੇ ਚੁਕਾਤੀਆਂ, ਬਈ ਇਹ ਸਿਆਣਾ ਬਣੇਗਾ। ਜਦੋਂ ਭਾਈ ਜੇਠਾ ਜੀ ਦੀ ਗੱਲ ਆਈ ਤੇ ਲੋਕਾਂ ਕਿਹਾ ਹਾਏ ਕੀ ਬਣੇਗਾ। ਮੈਂ ਮਹਿਸੂਸ ਕਰਦਾ ਭਾਈ ਜੇਠਾ ਜੀ ਯਾਨੀ ਕਿ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਦੁਨੀਆ ਲਈ ਇੱਕ ਮਿਸਾਲ ਹੈ, ਇੱਕ ਮੀਲ ਪੱਥਰ ਦੀ ਤਰ੍ਹਾਂ ਕੰਮ ਕਰਦਾ। ਜੇ ਦੁਨੀਆ 'ਚ ਮਾਂ-ਬਾਪ ਨਹੀਂ ਵੀ ਰਹੇ, ਆਪਣੇ ਆਪ ਨੂੰ ਇੰਨਾ ਤਗੜਾ ਕਰੀ, ਲੋਕ ਤੇਰੀਆਂ ਉਦਾਹਰਨਾਂ ਦਿਆ ਕਰਨ। ਤੇ ਦਿੱਤੀਆਂ ਨੇ। ਜਦੋਂ ਲਾਹੌਰ ਦੀ ਧਰਤੀ ਤੋਂ ਤੁਰੇ, ਉਹਨਾਂ ਗਲੀਆਂ, ਜਿਨ੍ਹਾਂ ਗਲੀਆਂ 'ਚ ਕਦੀ ਜਿੰਨੇ ਕੁ ਸਾਲ ਉੱਥੇ ਰਹੇ ਖੇਡੇ, ਪਿੱਛੇ ਮੁੜ ਕੇ ਵੇਖਦੇ ਨੇ। ਨਾਨੀ ਉਂਗਲ ਲਾ ਕੇ ਬਾਸਰ ਕੇ ਲੈ ਆਈ। ਜਦੋਂ ਬਿਪਤਾ ਪੈਂਦੀ ਹੈ, ਕਈ ਵਾਰੀ ਰਿਸ਼ਤੇਦਾਰ ਸਾਕ ਸੰਬੰਧੀ ਸਾਥ ਛੱਡ ਜਾਂਦੇ ਨੇ, ਪਰ ਨਾਨੀ ਨੇ ਉਂਗਲ ਲਾ ਕੇ ਆਪਣੇ ਪਿੰਡ ਬਾਸਰ ਕੇ ਲੈ ਆਂਦਾ। ਬਾਬਾ ਅਮਰਦਾਸ ਜੀ ਦੀ ਨਿਗਾਹ ਪੈ ਗਈ। ਬਾਬਾ ਅਮਰਦਾਸ ਪਾਤਸ਼ਾਹ ਜੀ ਉਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਆਏ। ਹੌਲੀ ਜ਼ਿੰਮੇਵਾਰੀਆਂ ਵਧਦੀਆਂ ਗਈਆਂ। ਵੱਡੇ ਹੋਏ 19-20 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਧੀ ਬੀਬੀ ਭਾਨੀ ਜੀ ਦਾ ਰਿਸ਼ਤਾ ਭਾਈ ਜੇਠਾ ਜੀ ਨੂੰ ਕਰ ਦਿੱਤਾ। ਅਜੇ ਗੁਰੂ ਨਹੀਂ ਬਣੇ। 1534 ਈਸਵੀ ਦਾ ਉਹਨਾਂ ਦਾ ਜਨਮ ਹੈ, ਤੇ ਉਹਨਾਂ ਦਾ ਆਨੰਦ ਕਾਰਜ 20-21 ਸਾਲ ਦੀ ਉਮਰ 'ਚ ਹੋ ਜਾਂਦਾ ਹੈ। ਤੇ 1574 'ਚ ਭਾਈ ਜੇਠਾ ਜੀ 40 ਸਾਲ ਦੀ ਉਮਰ ਸੀ ਜਦੋਂ ਉਹ ਗੁਰਤਾ ਗੱਦੀ 'ਤੇ ਬੈਠਦੇ ਨੇ। ਤੇ ਜਦੋਂ ਆਨੰਦ ਕਾਰਜ ਕੀਤਾ ਤੇ ਕਈਆਂ ਗੱਲਾਂ ਕੀਤੀਆਂ। ਕੀ ਵੇਖਿਆ ਗੁਰੂ ਅਮਰਦਾਸ ਜੀ ਨੇ? ਨਾ ਧੀ ਦਾ ਪਤਾ, ਨਾ ਪਰਿਵਾਰ ਦਾ ਪਤਾ, ਨਾ ਅੱਗਾ ਦਾ ਪਤਾ, ਨਾ ਪਿੱਛੇ ਦਾ ਪਤਾ, ਕੀ ਰੋਟੀ ਕਿੱਥੋਂ ਖਾਏਗੀ ਸਾਡੀ ਧੀ। ਪਰ ਕੌਣ ਜਾਣਦਾ ਸੀ ਉਹ ਸਾਡੀਆਂ ਭੜੋਲੀਆਂ 'ਚੋਂ ਆਟੇ ਮੁੱਕ ਸਕਦੇ ਆ, ਸਾਡੇ ਡੱਬਿਆਂ 'ਚੋਂ ਖੰਡ ਮੁੱਕ ਸਕਦੀ ਹੈ, ਪਰ ਧੰਨ ਰਾਮਦਾਸ ਗੁਰ। ਸਾਰੇ ਬੋਲੋ ਜਿਨ ਸਿਰਿਆ ਤਿਨੇ ਸਵਾਰਿਆ। ਸਾਰੇ ਬੋਲੋ ਪੂਰੀ ਹੋਈ। ਆਹ ਹੈ ਕਰਾਮਾਤ, ਇਹ ਕਰਾਮਾਤ ਹੈ। ਉੱਥੇ ਹੱਥ ਲਾਤਾ ਜੀ, ਉੱਥੋਂ ਦੁੱਧ ਨਿਕਲਣ ਲੱਗ ਪਿਆ, ਉੱਥੋਂ ਹੱਥ ਲਾਤਾ ਦੀ ਆਹ ਹੋ ਗਿਆ। ਇਹ ਕਰਾਮਾਤਾਂ ਨਹੀਂ, ਆਹ ਸੀ ਕਰਾਮਾਤ ਜਿਹਨੂੰ ਲੋਕ ਕਹਿੰਦੇ ਕੀ ਬਣੇਗਾ। ਅੱਜ ਦੁਨੀਆ ਲਈ ਮੀਲ ਪੱਥਰ ਬਣਿਆ। ਧੰਨ ਰਾਮਦਾਸ ਗੁਰ
ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਬਸ ਆਹ ਚੇਤਾ ਰੱਖਿਓ, ਜ਼ਿੰਦਗੀ 'ਚ ਦਿਨ ਆਉਂਦੇ ਨੇ ਲੰਘ ਜਾਂਦੇ ਨੇ, ਬਸ ਜਦੋਂ ਕਿਸੇ ਦੇ ਬਿਪਤਾ ਪੈਂਦੀ ਹੈ ਨਾ, ਦੋਵੇਂ ਚੇਤੇ ਰਹਿੰਦੇ, ਜਿਨ੍ਹਾਂ ਸਾਥ ਦਿੱਤਾ ਉਹ ਵੀ ਚੇਤੇ ਰਹਿੰਦੇ ਨੇ, ਜਿਹੜੇ ਸਾਥ ਛੱਡ ਜਾਂਦੇ ਉਹ ਵੀ ਚੇਤਾ ਰਹਿੰਦੇ ਨੇ। ਇਹ ਹੁਣ ਅਸੀਂ ਫੈਸਲਾ ਕਰਨਾ, ਅਸੀਂ ਕਿਹਨਾਂ ਵਿੱਚ ਆਪਣੀ ਗਿਣਤੀ ਲਿਖਾਉਣੀ ਹੈ, ਇਹ ਅਸੀਂ ਵੇਖਣਾ ਹੈ। ਗੁਰੂ ਬਖਸ਼ਿਸ਼ ਕਰੇ। ਮੈਂ ਪਹਿਲਾਂ ਆਰੰਭ 'ਚ ਕਿਹਾ ਕਿ ਆਪਾਂ ਸਮਾਜ ਵਿੱਚ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਦੇ ਹਾਂ, ਆਪਾਂ ਨੂੰ ਪਤਾ ਕਿਸੇ ਨੂੰ ਨਹੀਂ ਹੈਗਾ। ਨਾ ਨਾ ਨਾ, ਇੱਕ ਜ਼ਿੰਦਗੀ 'ਚ ਨੋਟ ਕਰਨਾ, ਜਦੋਂ ਕੋਈ ਇੱਦਾਂ ਦੀਆਂ ਘਟਨਾਵਾਂ ਵਾਪਰਨ, ਸਾਨੂੰ ਆਪਣੇ ਅੰਦਰੋਂ ਹਮਦਰਦੀ ਹੋਣੀ ਚਾਹੀਦੀ ਹੈ। ਜਦੋਂ ਸਮਾਜ ਵਿੱਚ ਬੰਦਾ ਬਾਹਰੀਪਨ ਦੇ ਉੱਤੇ ਇਸ ਚੀਜ਼ ਲੈ ਕੇ ਆਉਂਦਾ ਹੈ, ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਕੇ ਬੈਠ ਜਾਂਦਾ ਹੈ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ। ਇਹ ਗੱਲ ਮਨ ਦੇ ਕੁਟੰਬ ਦੀ ਹੋ ਰਹੀ ਹੈ। ਤਿਸ ਨਾਲ ਕਿਉਂ ਚਿਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ। ਇਹ ਮਨਾ ਇਹੋ ਜਿਹਾ ਖੇਡ ਨਾ ਖੇਡੀ ਕਿ ਤੈਨੂੰ ਪਛਤਾਉਣਾ ਪੈ ਜਾਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੇ ਪਿਆਰਿਆ ਮਨਾ, ਤੂੰ ਸਦਾ ਸੱਚ ਸੰਭਾਲ, ਸੱਚ ਨੂੰ ਆਪਣੀ ਜ਼ਿੰਦਗੀ 'ਚ ਪੱਲੇ ਬੰਨ੍ਹ, ਤਾਂ ਕਿ ਤੇਰਾ ਜੀਵਨ ਖੂਬਸੂਰਤ ਤਰੀਕੇ ਨਾਲ ਜੂ ਸਕੇ। ਮੈਂ ਸਰਦਾਰ ਅਮਰਜੀਤ ਸਿੰਘ ਉਹਨਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਾਂਗਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ, ਬੜੀਆਂ ਰੀਝਾਂ ਨਾਲ ਬੱਚੇ ਪਾਲੇ ਜਾਂਦੇ ਨੇ, ਆਪਾਂ ਸਾਰੇ ਗ੍ਰਸਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ, ਪਰ ਚੰਗੇ ਕੰਮਾਂ ਨੂੰ ਪੁੱਤਰ ਬਣਾ ਲਓ ਆਪਣਾ। ਹੁਣ ਢਹਿੰਦੀ ਕਲਾ 'ਚ ਨਹੀਂ ਜਾਣਾ ਵੀ ਮੈਂ ਹੁਣ ਕੰਮ ਕਿਹਦੇ ਲਈ ਕਰਾਂ। ਕਈ ਵਾਰੀ ਬੰਦਾ ਨਰਵਸ ਹੋ ਜਾਂਦਾ, ਪਰ ਨਹੀਂ, ਸਾਡੇ ਕੋਲ ਬਹੁਤ ਵੱਡਾ ਸਿਧਾਂਤ ਹੈ ਮੇਰੇ ਸਤਿਗੁਰ ਦੀ ਬਾਣੀ ਦਾ। ਸਤਿਗੁਰ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਵਿਚਾਰ ਦਿੱਤੀ ਹੈ ਸਾਨੂੰ, ਇਹ ਹੌਸਲਾ ਮਿਲੇ, ਬਲ ਮਿਲੇ। ਅਸੀਂ ਜਿਹੜੀ ਵਿਆਹੀ ਧੀ ਆਈ ਉਹਨੂੰ ਅਸੀਂ ਧੀ ਬਣਾਈਏ ਆਪਣੀ। ਅਗਲਾ ਫੈਸਲਾ ਜੋ ਪਰਿਵਾਰਾਂ ਨੇ ਕਰਨਾ ਬਾਅਦ ਦੀਆਂ ਗੱਲਾਂ, ਕਿਉਂਕਿ ਇਹ ਜ਼ਿੰਮੇਵਾਰੀਆਂ ਸਮਾਜ ਹੈ, ਪਤਾ ਨਹੀਂ ਕਿੱਥੇ ਕੀ ਵਾਪਰ ਜਾਣਾ ਹੈ। ਪਰ ਆਪਣੇ ਆਪ ਨੂੰ ਕਦੀ ਢਹਿੰਦੀ ਕਲਾ ਵਿੱਚ ਲੈ ਕੇ ਨਹੀਂ ਜਾਣਾ, ਕਿਉਂਕਿ ਅਸੀਂ ਉਸ ਗੁਰੂ ਦੇ ਪੁੱਤਰ ਹਾਂ, ਜਿਸ ਗੁਰੂ ਨੇ ਸਾਨੂੰ ਹਰ ਵਕਤ ਹਰ ਸਮੇਂ, ਜਦੋਂ ਔਰੰਗਜ਼ੇਬ ਨੂੰ ਇਹ ਗੱਲ ਕਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਔਰੰਗਜ਼ੇਬ ਤੇਰੇ ਕੋਲ ਸਭ ਕੁਝ ਹੈ, ਤੇਰੇ ਕੋਲ ਕੁਝ ਵੀ ਨਹੀਂ, ਮੇਰੇ ਕੋਲ ਕੁਝ ਵੀ ਨਹੀਂ, ਮੇਰੇ ਕੋਲ ਸਭ ਕੁਝ ਹੈ। ਔਰੰਗਜ਼ੇਬ ਇਹਨਾਂ ਸ਼ਬਦਾਂ ਨਾਲ ਹੀ ਲੰਮੇ ਪੈ ਗਿਆ ਸੀ। ਉਧਰ ਤੋਪਾਂ ਤਲਵਾਰਾਂ ਚੱਲਦੀਆਂ ਸੀ, ਗੁਰੂ ਦੇ ਸ਼ਬਦਾਂ ਨੇ ਲੰਮੇ ਪਾਤਾ। ਔਰੰਗਜ਼ੇਬ ਤੇਰੇ ਕੋਲ ਸਭ ਕੁਝ ਹੈ, ਪਰ ਤੇਰੇ ਕੋਲ ਕੁਝ ਵੀ ਨਹੀਂ, ਤੇਰੇ ਕੋਲ ਈਮਾਨ ਨਾਮ ਦੀ ਚੀਜ਼ ਨਹੀਂ ਹੈ। ਮੇਰੇ ਕੋਲ ਕੁਝ ਵੀ ਨਹੀਂ, ਕਿਉਂਕਿ ਤੇਰੇ ਹਿਸਾਬ ਨਾਲ ਮੇਰੇ ਕੋਲ ਪੁੱਤਰ ਨਹੀਂ ਰਹੇ, ਤੇਰੇ ਹਿਸਾਬ ਨਾਲ ਮੇਰੇ ਕੋਲ ਕਿਲੇ ਨਹੀਂ ਰਹੇ, ਪਰ ਮੇਰੇ ਕੋਲ ਸਭ ਕੁਝ ਹੈ। ਮੇਰੇ ਕੋਲ ਈਮਾਨ ਹੈ, ਮੇਰੇ ਕੋਲ ਵਿਸ਼ਵਾਸ ਹੈ, ਮੇਰੇ ਕੋਲ ਭਰੋਸਾ ਹੈ, ਮੇਰੇ ਕੋਲ ਅਕੀਦਾ ਹੈ। ਬਸ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਤਿਗੁਰ ਦੀ ਬਾਣੀ ਦਾ ਲੜ ਫੜੋ, ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਅੱਧੀ ਤੋਕ ਰੋਜ਼ ਪੜ੍ਹੋ, ਪਰ ਜਿੰਨੀ ਪੜ੍ਹੋ ਉਹਨੂੰ ਵਿਚਾਰੋ। ਆਪਣੇ ਮਨ ਨਾਲ ਉਸ ਵਿਚਾਰ ਨੂੰ ਲੈ ਕੇ ਆਓ ਵੀ ਸਤਿਗੁਰ ਦੀ ਬਾਣੀ ਕਹਿੰਦੀ ਕੀ ਹੈ, ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕਰਦੀ ਹੈ। ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਜੀਵਨ ਜਿਉਣਾ ਹੈ। ਮਾਲਕ ਕਿਰਪਾ ਕਰੇ। ਜੋ ਸਾਡਾ ਵੀਰ ਪੁਸ਼ਪਿੰਦਰ ਸਿੰਘ 8 ਨਵੰਬਰ ਨੂੰ ਜੋ ਅਕਾਲ ਚਲਾਣਾ ਕਰ ਗਏ ਨੇ, ਸਰੀਰ 5 ਭੂਤਕ, ਇਹ 5 ਤੱਤਾਂ ਦਾ ਬਣਿਆ, ਤੱਤ ਆਪਣੇ ਆਪਣੇ ਤੱਤਾਂ ਵਿੱਚ ਜਾ ਕੇ ਸਮਾ ਗਏ ਨੇ। ਇਹ ਖੇਡ ਹੈ ਪਿਆਰਿਓ, ਜਿਹਨੂੰ ਬਾਣੀਆਂ ਦੀ ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕੌਣ ਟੇ। ਕਹਿੰਦੇ ਕੌਣ ਮੂਆ, ਇਹ ਸਵਾਲ ਹੈ ਗੁਰੂ ਸਾਹਿਬ ਦਾ। ਕਹਿੰਦੇ ਮਰਿਆ ਕੌਣ ਹੈ, ਹਵਾ ਮਰੀ ਹੈ, ਅੱਗ ਮਰੀ ਹੈ, ਪਾਣੀ ਮਰਿਆ? ਨਹੀਂ, ਮਟੀਰੀਅਲ ਉੱਥੇ ਪਿਆ ਹੈ, ਬਿਲਡਿੰਗ ਦਾ ਜਿਹੜਾ ਢਾਂਚਾ ਹੈ ਨਾ, ਉਹਦੀ ਡੈਥ ਹੋਈ ਹੈ। ਜਦੋਂ ਆਪਾਂ ਜਾਣਾ ਇੱਦਾਂ ਹੀ ਜਾਣਾ। ਤੱਤ ਹੈ, ਸਾਨੂੰ ਤੱਤ ਭਜਾਈ ਫਿਰਦੇ ਨੇ। ਹਮ ਆਦਮੀ ਹਾਂ ਇੱਕਦਮੀ, ਜੇ ਇੱਕ ਦਮ ਨਾ ਆਇਆ ਤਾਂ ਆਪਾਂ ਲੰਮੇ ਪੈ ਜਾਣਾ। ਫਿਰ ਪਰਿਵਾਰ ਦੇ ਜੀਆਂ ਨੇ ਇਕੱਠੇ ਹੋਣਾ, ਜਾ ਕੇ ਸਾਨੂੰ ਲਾਂਬੂ ਲਾ ਆਉਣਾ। ਅਸੀਂ ਇੱਥੋਂ ਹੀ ਪੈਦਾ ਹੋਏ ਹਾਂ ਅਤੇ ਇੱਥੇ ਰਹਿ ਗਏ ਹਾਂ। ਇਹ ਸਤਿਗੁਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ, ਉਪਦੇਸ਼ ਬਖਸ਼ਿਸ਼ ਕਰਦੀ ਹੈ। ਚੜ੍ਹਦੀ ਕਲਾ ਵਿੱਚ ਰੱਖ ਕੇ ਆਪਣੇ ਆਪ ਨੂੰ ਕਾਇਮ ਕਰਕੇ ਬਾਣੀ ਸਾਨੂੰ ਕਾਇਮ ਕਰਦੀ ਹੈ, ਮਜ਼ਬੂਤ ਕਰਦੀ ਹੈ। ਅਸੀਂ ਹੌਸਲਾ ਬੁਲੰਦ ਰੱਖ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ। ਇਹ ਸਤਿਗੁਰ ਦਾ ਉਪਦੇਸ਼ ਹੈ। ਸਾਰਿਆਂ ਦਾ ਧੰਨਵਾਦ। ਤੁਸੀਂ ਦੂਰਾਂ ਓਕੇ। ਗੁਰੂ ਸਾਹਿਬ ਜੀ ਦੀ ਬਾਣੀ, ਗੁਰੂ ਸਾਹਿਬ ਜੀ ਦਾ ਵਿਚਾਰ, ਜੋ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਵਿਚਾਰ ਸਾਨੂੰ ਗੁਰੂ ਸਾਹਿਬ ਦੀ ਬਾਣੀ ਦੇ ਰਹੀ ਹੈ, ਇਹ ਪ੍ਰੇਰਨਾ ਹੈ ਸਾਡੇ ਵਾਸਤੇ ਬੜੀ ਵੱਡੀ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਸਾਡੇ ਲਈ ਪ੍ਰੇਰਨਾ ਹੈ। ਗੁਰਬਾਣੀ ਕੋ ਮੰਤਰ ਨਹੀਂ ਹੈ, ਗੁਰਬਾਣੀ ਇੱਕ ਪ੍ਰੈਕਟੀਕਲ ਜੀਵਨ ਜਾਂਚ ਹੈ। ਜਿਹੜੀਆਂ ਮੇਰੀਆਂ ਪੜ੍ਹੀਆਂ ਲਿਖੀਆਂ ਭੈਣਾਂ, ਮੇਰੇ ਵੀਰ ਬੈਠੇ ਜੇ, ਇਹ ਉਪਦੇਸ਼ ਹੈ। ਪਤਾ ਕਿਸ ਤਰ੍ਹਾਂ, ਤੁਸੀਂ ਕਿਸੇ ਸ਼ਹਿਰ ਜਾਂਦੇ ਹੋ, ਸ਼ਹਿਰ ਤੁਹਾਡੇ ਤੋਂ 200-400 ਕਿਲੋਮੀਟਰ ਦੂਰ ਹੈ, ਬਾਹਰਲੀਆਂ ਕੰਟਰੀਆਂ 'ਤੇ ਬੜਾ ਸੌਖਾ ਹੈ।
ਤੁਹਾਡੇ ਵਿੱਚੋਂ ਕਿਸੇ ਦਾ ਧੀ ਪੁੱਤਰ ਵਿਦੇਸ਼ ਹੋਵੇ, ਉੱਥੇ ਜਦੋਂ ਕਿਸੇ ਦੇ ਘਰ ਜਾਣਾ ਨਾ, ਘਰ ਜਾਂਦੇ ਨੇ, ਉਹਨੂੰ ਕਹਿੰਦਾ ਮੈਨੂੰ ਆਪਣੇ ਘਰ ਦਾ ਮੈਸੇਜ ਕਰ, ਟੈਕਸਟ ਮੈਸੇਜ ਕਰਦੇ ਭਾਈ। ਉਹ ਮੈਸੇਜ ਕਰਦਾ, GPS 'ਚ ਪਾਉਂਦਾ ਅਤੇ ਆਪਣੇ ਆਪ ਤੁਹਾਡੀ ਕਾਰ ਤੁਹਾਨੂੰ ਉਸ ਬੰਨੇ ਲੈ ਜਾਂਦੀ ਹੈ। ਉਹ ਸ਼ਬਦ ਜਿਹੜੇ ਪਾਏ ਨੇ, ਜਿਹੜੇ ਅੰਕ ਪਾਏ ਨੇ ਨਾ, ਉਹ ਦੱਸਦੀ ਹੈ ਕਿ ਤੁਹਾਡਾ ਇਸ ਸ਼ਹਿਰ ਵਿੱਚ ਇੱਥੇ ਘਰ ਹੈ, ਕਾਰ ਆਪਣੇ ਆਪ ਸਾਨੂੰ ਉਸ ਜਗ੍ਹਾ 'ਤੇ ਲੈ ਜਾਂਦੀ ਹੈ। ਬਸ ਇੱਦਾਂ ਹੀ ਸ਼ਬਦ ਹੈ ਗੁਰੂ ਦਾ ਸ਼ਬਦ ਸਾਡੀ ਆਤਮਿਕ ਤੌਰ 'ਤੇ ਸਾਡੀ ਅਗਵਾਈ ਕਰਦਾ ਹੈ ਕਿ ਭਾਈ ਆਪਣੇ ਮਨ ਕੀ ਹੈ? ਮਨ ਸ਼ਬਦ ਹੈ। ਜਿਹੜਾ ਮਨ ਹੈ ਨਾ, ਉਹ ਸ਼ਬਦ ਹੈ। ਜੇ ਅੱਜ ਵਿਚਾਰ ਬਦਲ ਗਏ ਤਾਂ ਮਨ ਬਦਲ ਗਿਆ, ਯਾਨੀ ਕਿ ਸ਼ਬਦ ਬਦਲ ਗਏ। ਇਸ ਨੂੰ ਬਾਣੀ 'ਚ ਇੰਝ ਵੀ ਲਿਖਿਆ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਨਵੇਂ ਸਿਰਿਓਂ ਘੜੋ, ਨਵੇਂ ਸਿਰੇ ਦੀ ਘਾੜਤ ਘੜੋ। ਜ਼ਿੰਦਗੀ 'ਚ ਦੁੱਖ ਸੁੱਖ ਤਕਲੀਫਾਂ ਇਹ ਝੋਰੇ ਸਭ ਕੁਝ ਜ਼ਿੰਦਗੀ 'ਚ ਆਉਣੇ ਨੇ। ਕਦੀ ਇਹ ਨਾ ਕਹੋ ਮੇਰੇ 'ਤੇ ਦੁੱਖ ਨਹੀਂ ਆਉਣਾ, ਆਉਣਾ ਹੈ। ਇਹ ਤਾਂ ਸੁਭਾਵਿਕ ਗੱਲ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਜਦੋਂ ਆਪਾਂ ਜੀਵਨ ਸ਼ੈਲੀ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਹੋਣਾ ਦੀ ਇਕਲੌਤੀ ਭੈਣ, 5 ਭਰਾਵਾਂ ਦੀ ਇਕੱਲੀ ਭੈਣ ਬੀਬੀ ਵੀਰੋ, ਉਹ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਖਲੋਂਦੇ ਨੇ ਤਾਂ ਉਹਨਾਂ ਨੇ ਇਹ ਨਹੀਂ ਸੀ ਆਖਿਆ ਦੁੱਖ ਨਾ ਆਵੇ। ਉਹਨਾਂ ਆਖਿਆ ਸੀ ਦਾਤਾ ਮੇਰੇ ਤੁਹਾਡੇ ਨਾਲ 2 ਰਿਸ਼ਤੇ ਨੇ, ਇੱਕ ਤਾਂ ਮੈਂ ਤੁਹਾਡੇ ਘਰ ਜਨਮ ਲਿਆ, ਮੈਂ ਤੁਹਾਡੀ ਧੀ ਹਾਂ। ਦੂਜਾ ਰਿਸ਼ਤਾ ਮੇਰਾ ਸਿੱਖ ਅਤੇ ਗੁਰੂ ਵਾਲਾ ਹੈ। ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਚਾਹੁੰਦੀ ਹਾਂ। ਮੈਂ ਇਹ ਨਹੀਂ ਕਹਿੰਦੀ ਦੁੱਖ ਨਾ ਆਵੇ, ਇਹ ਦੁੱਖ ਸੁੱਖ ਜ਼ਿੰਦਗੀ 'ਚ ਆਉਣੇ ਹੀ ਨੇ, ਇਹ ਤਾਂ ਸਮਾਜ ਦਾ ਇੱਕ ਹਿੱਸਾ ਹੈ। ਪਰ ਦੁੱਖ ਆਉਣ ਤੇ ਮੈਂ ਘਬਰਾਵਾਂ ਨਾ, ਡਟ ਕੇ ਉਹਨਾਂ ਦਾ ਮੁਕਾਬਲਾ ਕਰ ਸਕਾਂ। ਤੁਸੀਂ ਹੈਰਾਨ ਹੋਵੋਗੇ, ਬੀਬੀ ਵੀਰੋ ਦੇ ਘਰ 5 ਪੁੱਤਰਾਂ ਨੇ ਜਨਮ ਲਿਆ, 5 ਦੇ 5 ਪੁੱਤਰ ਹੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਪਰ ਉਹ ਬੀਬਾ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਜਿਉਂਦੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤੁਹਾਡੇ 'ਚ ਜਿਹਨਾਂ ਇਤਿਹਾਸ ਪੜ੍ਹਿਆ ਹੋਵੇ, ਉਹਨਾਂ ਦੇ ਸੱਸ ਬੀਬੀ ਸਦਾ ਕੌਰ ਜੀ, ਜਦੋਂ ਉਹਨਾਂ ਦੇ ਪਤੀ ਆ ਜਿਹੜੀਆਂ 12 ਮਿਸਲਾਂ ਦੀ ਆਪਸ ਵਿੱਚ ਜੰਗ ਸੀ, ਜਦੋਂ ਉਹਨਾਂ ਦੇ ਪਤੀ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਅਤੇ ਉਹਨਾਂ ਘੋੜ ਸਵਾਰ ਬੀਬੀ ਜੀ ਨੂੰ ਸੁਨੇਹਾ ਦੇਣ ਜਾਂਦਾ ਹੈ ਕਿ ਬੀਬਾ ਜੀ ਤੁਹਾਡਾ ਪਤੀ ਮੈਦਾਨੇ ਜੰਗ ਵਿੱਚ ਜ਼ਖਮੀ ਹੋ ਗਿਆ। ਪੀ ਸ਼ਹਾਦਤ ਦਾ ਜਾਮ ਗਿਆ ਸੀ, ਉਹਨਾਂ ਕਿਹਾ ਜ਼ਖਮੀ ਹੋ ਗਿਆ। ਜਿਹੜਾ ਘੋੜ ਸਵਾਰ ਸੁਨੇਹਾ ਲੈ ਕੇ ਆਇਆ, ਬੀਬੀ ਸਦਾ ਕੌਰ ਜੀ ਨੇ ਉਹਨਾਂ ਨੂੰ ਘੋੜੇ ਤੋਂ ਥੱਲੇ ਉਤਾਰ ਕੇ ਆਪ ਉਸੇ ਘੋੜੇ ਦੀ ਸਵਾਰੀ ਕੀਤੀ। ਜਦੋਂ ਜਾ ਕੇ ਵੇਖਿਆ ਆਖਰੀ ਸਾਹਾਂ 'ਤੇ ਸਨ ਉਹਨਾਂ ਦੇ ਪਤੀ ਦੇਵ, ਉਹਨਾਂ ਦਾ ਸਿਰ ਆਪਣੀ ਗੋਦੀ 'ਚ ਰੱਖ ਕੇ ਆਪਣੀ ਚੁੰਨੀ ਨਾਲ ਉਹਨਾਂ ਦਾ ਚਿਹਰਾ ਪੂੰਝ ਕੇ ਅਤੇ ਇੱਕ ਸ਼ਬਦ ਬੋਲਿਆ, ਸਰਦਾਰ ਸਾਹਿਬ ਤੁਹਾਡੀ ਅਧੂਰੀ ਜੰਗ ਨੂੰ ਮੈਂ ਸਿਰੇ ਚਾੜਾਂਗੀ। ਅਤੇ ਆਹ ਜਿਹੜਾ ਸਿੱਖ ਰਾਜ ਕਾਇਮ ਹੋਇਆ ਸੀ ਨਾ, ਸ਼ੇਰੇ ਪੰਜਾਬ ਦੇ ਸਿੱਖ ਰਾਜ ਕਾਇਮ ਕਰਨ ਪਿੱਛੇ ਜੇ ਕਿਸੇ ਔਰਤ ਕਿਸੇ ਸਿਆਣਪ ਬੀਬੀ ਦਾ ਹੱਥ ਸੀ ਅਤੇ ਉਹ ਸ਼ੇਰੇ ਪੰਜਾਬ ਦੀ ਸੱਸ ਦਾ ਹੱਥ ਸੀ। ਉਹਨੇ ਨਫ਼ਰਤ ਈਰਖਾ ਸਾੜਾ ਜਿਹੜਾ ਸਮਾਜ ਵਿੱਚ ਫੈਲਿਆ ਹੋਇਆ ਸੀ, ਬੜੀ ਸਿਆਣਪ ਨਾਲ ਉਹ ਦੂਰ ਕੀਤਾ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਸਾਨੂੰ, ਜਾਂ ਬਾਣੀ ਦਾ ਬਲ, ਬਾਣੀ ਦਾ ਉਪਦੇਸ਼ ਸਾਨੂੰ ਅੰਦਰੋਂ ਪਤਾ ਕੀ ਉਪਦੇਸ਼ ਦਿੰਦਾ ਹੈ। ਜ਼ਿੰਦਗੀ ਵਿੱਚ ਕਦੀ ਵੀ ਤੁਹਾਡੇ ਮੁਤਾਬਕ ਨਹੀਂ ਹੁੰਦਾ। ਅਸੀਂ ਰੋਜ਼ ਜਪਜੀ ਸਾਹਿਬ 'ਚ ਕੀ ਪੜ੍ਹਦੇ? ਜੋ ਤੁਧ ਭਾਵੈ, ਸਾਰੇ ਬੋਲੋ ਜੀ, ਜੋ ਤੁਧ ਭਾਵੈ। ਇਹ ਤਾਂ ਨਹੀਂ ਕਿਹਾ ਜੋ ਮੈਨੂੰ ਭਾਵੇ, ਮੈਨੂੰ ਤਾਂ ਬੜਾ ਕੁਝ ਭਾਉਂਦਾ ਹੈ। ਮੈਨੂੰ ਤਾਂ ਜੇ ਬੰਦੇ ਦੇ ਮੁਤਾਬਕ ਵੇਖੋ, ਬੰਦੇ ਨੂੰ ਤਾਂ ਬਹੁਤ ਕੁਝ ਭਾਉਂਦਾ ਹੈ, ਬੰਦੇ ਨੂੰ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਹੇ ਰੱਬ ਜੀ ਜੋ ਤੁਹਾਨੂੰ ਭਾਉਂਦਾ ਹੈ ਉਹ ਮੈਨੂੰ ਵੀ ਚੰਗਾ ਲੱਗ ਜਾਏ। ਮੈਂ ਆਪਣੀ ਤਿਆਰੀ ਕਰਨੀ। ਮੈਂ ਸੌਖੀ ਐਗਜ਼ਾਮਪਲ ਦੇਣ ਲੱਗਾ, ਤੁਸੀਂ ਸਾਰੇ ਪੜ੍ਹੇ ਲਿਖੇ ਸਮਝ ਆਉਣਾ। ਇੱਥੋਂ ਪੰਜਾਬ ਤੋਂ ਕੋਈ ਬੰਦਾ ਪਹਿਲੇ ਦਿਨ ਜਾ ਕੇ ਅਮਰੀਕਾ ਏਅਰਪੋਰਟ 'ਤੇ ਉਤਰਦਾ ਹੈ, ਕੈਨੇਡਾ ਏਅਰਪੋਰਟ 'ਤੇ ਉਤਰਦਾ ਹੈ। ਹਰ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੀ ਦੁਨੀਆ ਆਉਂਦੀ ਹੈ। ਕਿ ਉੱਥੇ ਹਰ ਦੇਸ਼ 'ਚੋਂ ਗਿਆ ਬੰਦਾ ਕਹੇਗਾ ਦੇਸ਼ ਮੇਰੇ ਮੁਤਾਬਕ ਚਲਾਓ। ਉਹ ਕਹਿੰਦੇ ਵੇਖੋ ਭਾਈ ਸਾਹਿਬ, ਤੁਸੀਂ ਜਿਸ ਮਰਜ਼ੀ ਕੰਟਰੀ 'ਚ ਆਏ ਹੋ, ਖੱਬੇ ਗੱਡੀ ਚਲਾਉਂਦੇ ਆਏ ਜੇ ਸੱਜੇ ਚਲਾਉਂਦੇ ਆਏ ਜੇ, ਇੱਥੇ ਤੁਹਾਨੂੰ ਆਣ ਕੇ ਸਾਡੇ ਦੇਸ਼ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਣੀ ਹੈ। ਜੇ ਤੁਸੀਂ ਇਸ ਦੇਸ਼ ਦੇ ਸਿਟੀਜ਼ਨ ਬਣਨਾ ਹੈ ਤਾਂ ਵਧੀਆ ਨਾਗਰਿਕ ਬਣ ਲਈ ਤੁਹਾਨੂੰ ਦੇਸ਼ ਦੇ ਕਾਇਦਾ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ। ਅਤੇ ਜੇ ਉੱਥੇ ਸਾਰੇ ਬੰਦੇ ਕਹਿਣ ਸਾਡੇ ਮੁਤਾਬਕ ਦੇਸ਼ ਚਲਾਓ, ਦੇਸ਼ ਚੱਲ ਸਕਦਾ ਜੀ? ਕਦੀ ਵੀ ਨਹੀਂ ਚੱਲ ਸਕਦਾ। ਉੱਥੇ ਰੂਲ ਨਿਯਮ ਉਸ ਕੰਟਰੀ ਦੇ ਹੀ ਉਹਨਾਂ ਦੀ ਪਾਲਣਾ ਕਰਨੀ ਪਵੇਗੀ। ਇੱਦਾਂ ਹੀ ਇਹ ਪਰਮੇਸ਼ਰ ਦਾ ਇੱਕ ਨਿਯਮ ਹੈ। ਇੱਥੇ ਮੇਰੇ ਮੁਤਾਬਕ ਕੁਝ ਨਹੀਂ ਹੋਣਾ, ਇੱਥੇ ਮੈਨੂੰ ਤਿਆਰੀ ਕਰਨੀ ਪੈਣੀ। ਹੇ ਦਾਤਾ, ਮੇਰੀ ਰੋਜ਼ ਦੀ ਪ੍ਰੇਰਨਾ, ਮੇਰੀ ਰੋਜ਼ ਦੀ ਪ੍ਰਾਰਥਨਾ, ਮੇਰੀ ਰੋਜ਼ ਦੀ ਅਰਦਾਸ, ਮੇਰੀ ਰੋਜ਼ ਦੀ ਤਿਆਰੀ, ਮੇਰੇ ਰੋਜ਼ ਦੀ ਸਟੱਡੀ ਕੀ ਹੈ? ਹੇ ਸੱਚਿਆ ਪਾਤਸ਼ਾਹ ਮੈਨੂੰ ਬਲ ਬਖਸ਼ਿਸ਼ ਕਰੋ ਕਿ ਮੈਂ ਤੁਹਾਡੀ ਮਰਿਆਦਾ ਦੀ, ਤੁਹਾਡੇ ਨਿਯਮਾਂ ਦੀ ਪਾਲਣਾ ਕਰ ਸਕਾਂ। ਤੁਹਾਡੇ ਵਿੱਚੋਂ ਕਈ ਮੇਰੇ ਵੀਰ ਪ੍ਰਿੰਸੀਪਲ, ਟੀਚਰ, ਅਧਿਆਪਕ ਬੈਠੇ ਹੋਣਗੇ। ਇੱਕ ਸਕੂਲ ਵਿੱਚ 500 ਵਿਦਿਆਰਥੀ ਪੜ੍ਹਦਾ ਹੈ। ਕੀ ਸਕੂਲ 500 ਵਿਦਿਆਰਥੀਆਂ ਮੁਤਾਬਕ ਚੱਲਦਾ ਹੈ? ਨਹੀਂ, ਸਕੂਲ ਦੇ ਮੁਤਾਬਕ 500 ਵਿਦਿਆਰਥੀਆਂ ਨੂੰ ਚੱਲਣਾ ਪੈਂਦਾ ਹੈ। ਜੇ 500 ਵਿਦਿਆਰਥੀਆਂ ਮੁਤਾਬਕ ਸਕੂਲ ਚੱਲੇ ਤਾਂ ਸਕੂਲ ਕਾਹਦਾ ਰਹਿ ਗਿਆ?
ਉੱਥੇ ਤਾਂ ਕੱਲੇ ਸਟੂਡੈਂਟ ਨੂੰ ਸਕੂਲ ਦੇ ਕਾਨੂੰਨ ਮੁਤਾਬਕ ਚੱਲਣਾ ਪਵੇਗਾ। ਜੇ 500 ਦਾ 500 ਸਟੂਡੈਂਟ ਹੀ ਕਵੇ ਸਾਡੇ ਮੁਤਾਬਕ ਸਕੂਲ ਚਲਾਓ, ਫਿਰ ਸਕੂਲ ਕਾਹਦਾ ਰਹਿ ਗਿਆ ਜੀ। ਸਕੂਲ ਤੇ ਇਹੋ ਹੀ ਇੱਕ ਘਰ ਵੀ ਹੈ, ਘਰ ਵੀ ਇੱਕ ਨਿਯਮ ਨਾਲ ਚੱਲਦਾ ਹੈ। ਤੇ ਜੇ ਸੰਸਾਰ ਤੇ ਨਿੱਕੇ ਨਿੱਕੇ ਥਾਵਾਂ ਤੇ ਨਿਯਮ ਲਾਗੂ ਹੋ ਸਕਦਾ ਹੈ, ਉਹ ਪਿਆਰਿਓ ਪਰਮੇਸ਼ਰ ਦਾ ਵੀ ਕੋਈ ਨਿਯਮ ਹੈ, ਉਹਦਾ ਕੋਈ ਕਾਨੂੰਨ ਹੈ। ਉਸ ਕਾਨੂੰਨ ਦੀ ਪਾਲਣਾ ਕੀਤੀ ਅਸੀਂ ਸਚਿਆਰੇ ਬਣ ਸਕਦੇ ਹਾਂ। ਸਾਡੇ ਹੱਥ ਕੁਝ ਨਹੀਂ, ਅਸੀਂ ਆਪਣੀ ਤਿਆਰੀ ਇਹੋ ਕਰਾਉਣੀ ਹੈ ਸੱਚਿਆ ਪਾਤਸ਼ਾਹ ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰ ਸਕਾਂ, ਤੁਹਾਡੀ ਮਰਿਆਦਾ ਦੀ ਪਾਲਣਾ ਕਰ ਸਕਾਂ। ਦੁੱਖ ਸੁੱਖ ਜ਼ਿੰਦਗੀ ਵਿੱਚ ਆਉਣਗੇ, ਉਹਨਾਂ ਦੁੱਖਾਂ ਦਾ ਮੈਂ ਡਟ ਕੇ ਮੁਕਾਬਲਾ ਕਰ ਸਕਾਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਧੰਨ ਹਮਾਰਾ। ਹੁਣ ਜੇ ਗੁਰੂ ਅਰਜਨ ਸਾਹਿਬ ਦਾ ਹੀ ਵਾਕ ਹੈ, ਜੇ ਆਪਾਂ ਇਹ ਸ਼ਬਦ ਮੁਤਾਬਕ ਵੇਖੀਏ ਤਾਂ ਇੱਥੇ ਪਾਸ਼ਾ ਔਖੀ ਘੜੀ ਨਾ ਦੇਖਣ ਦੇਈ, ਅਤੇ ਸਰੀਰ ਨੂੰ ਦੇਗ ਵਿੱਚ ਉਬਾਲਣਾ ਸਮਾਜ ਮੁਤਾਬਕ ਤਾਂ ਔਖੀ ਘੜੀ ਹੈ ਨਾ। ਸੀਸ 'ਤੇ ਤੱਤਾ ਰੇਤਾ ਪੈਣਾ ਸਮਾਜ ਮੁਤਾਬਕ ਤਾਂ ਔਖੀ ਘੜੀ ਹੈ। ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਅਤੇ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਣਾ ਮਾਤਾ ਗੰਗਾ ਜੀ ਲਈ ਤਾਂ ਔਖੀ ਘੜੀ ਹੈ। 13 ਸਾਲ ਦੀ ਉਮਰ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿੱਦਣ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਉਹਨਾਂ ਮੁਤਾਬਕ ਵੀ ਔਖੀ ਘੜੀ ਹੈ। ਫਿਰ ਇੱਥੇ ਕੀ ਕਹਿ ਰਹੇ ਨੇ ਵੀ ਔਖੀ ਘੜੀ ਨਾ ਦੇਖਣ ਦੇਈ। ਉਹ ਤਾਂ ਆਪਣੀ ਬਾਣੀ 'ਚ ਕਹਿੰਦੇ ਵੀ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਆਪਣਾ ਬਿਰਧ ਸੰਭਾਲੇ, ਉਹ ਆਪਣੇ ਬਿਰਧ ਦੀ ਸੰਭਾਲਣਾ ਕਰਦਾ। ਪਿਆਰਿਓ ਇਹ ਦੁਨਿਆਵੀ ਤਕਲੀਫਾਂ ਔਖੀ ਘੜੀ ਨਹੀਂ, ਔਖੀ ਘੜੀ ਉਹ ਹੈ ਹੇ ਮੇਰੇ ਮਾਲਕ ਜੀ ਜਦੋਂ ਮੇਰਾ ਤੁਹਾਡੇ ਨਾਲੋਂ ਲਿੰਕ ਟੁੱਟ ਜਾਂਦਾ ਹੈ, ਜਦੋਂ ਮੈਂ ਸੱਚ ਦੀ ਗੋਦ ਵਿੱਚੋਂ ਉੱਠ ਜਾਂਦਾ, ਜਦੋਂ ਮੈਂ ਸੱਚ ਨੂੰ ਜ਼ਿੰਦਗੀ 'ਚੋਂ ਭੁਲਾ ਦਿੰਦਾ ਨਾ, ਉਦੋਂ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਔਖੀ ਘੜੀ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨ ਭੋੜੈ ਦਾਰੂ ਲਾਏ। ਦੁੱਖ ਹੀ ਇੱਥੋਂ ਸ਼ੁਰੂ ਹੋਇਆ, ਜਦੋਂ ਵਿਛੋੜਾ ਹੀ ਪੈ ਗਿਆ ਤਾਂ ਦੁੱਖ ਸ਼ੁਰੂ ਹੋ ਗਿਆ। ਦੁੱਖ ਤਦੇ ਜਦ ਵਿਸਰੈ, ਜਦੋਂ ਮੈਨੂੰ ਵਿਸਰ ਹੀ ਗਿਆ ਤਾਂ ਮੇਰੀ ਜ਼ਿੰਦਗੀ 'ਚ ਦੁੱਖਾਂ ਦੀਆਂ ਪੰਡਾਂ ਆਣ ਕੇ ਖੁੱਲ੍ਹ ਗਈਆਂ। ਇਹ ਦੁਨਿਆਵੀ ਘਟਨਾਵਾਂ ਵਾਪਰਨੀਆਂ ਨੇ, ਦੁੱਖ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੀਆਂ ਨੇ। ਬਸ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਜੀਵਨ ਜਿਉਣ ਦੀ ਪ੍ਰੇਰਨਾ ਦੇਣੀ ਹੈ। ਆਪਣੇ ਆਪ ਨੂੰ ਹੌਸਲਾ, ਜਿਹੜਾ ਸਤਿਗੁਰ ਦੀ ਬਾਣੀ, ਇਹ ਜਿਹੜੇ ਸਮਾਗਮ ਰੱਖੇ ਜਾਂਦੇ ਨੇ ਮਗਰੋਂ, ਇਹਦਾ ਮਤਲਬ ਹੀ ਇਹ ਹੁੰਦਾ ਆਪਣੇ ਆਪ ਨੂੰ ਤਗੜੇ ਕਰਨਾ ਹੈ, ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ, ਢਹਿੰਦੀ ਕਲਾ ਵਿੱਚ ਨਹੀਂ ਕਦੀ ਵੀ ਜਾਣਾ। ਮੈਂ ਫਿਰ ਦੁਬਾਰਾ ਇਹੋ ਹੀ ਕਹਾਂਗਾ, ਵੀਰ ਅਮਰਜੀਤ ਸਿੰਘ ਉਹਦਾ ਸਮੁੱਚਾ ਪਰਿਵਾਰ, ਬੜੇ ਪਿਆਰ ਨਾਲ ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਹੈ। ਅਤੇ ਇੱਕ ਗੱਲ ਪਹਿਲਾਂ ਚੇਤਾ ਰੱਖਿਓ, ਇਹ ਕਿਸੇ ਨੂੰ ਨਹੀਂ ਪਤਾ ਕਿਹਦੇ ਨਾਲ ਅਸੀਂ ਘਰੋਂ ਤੁਰਦੇ ਹਾਂ। ਅੱਜ ਕੱਲ੍ਹ ਤਾਂ ਰੋਡ 'ਤੇ ਜਦੋਂ ਸਵੇਰੇ ਬੰਦਾ ਘਰੋਂ ਤੁਰਦਾ ਹੈ, ਸੱਚਾਈ ਇਹੋ ਹੀ ਹੈ, ਰੋਡ 'ਤੇ ਚੱਲਣਾ ਵੀ ਇੱਕ ਜੰਗ ਲੜਨ ਦੇ ਮੁਕਾਬਲੇ 'ਤੇ ਹੀ ਹੈ। ਜਦੋਂ ਤੱਕ ਬੰਦਾ ਘਰ ਨਹੀਂ ਆ ਜਾਂਦਾ, ਜਾਨ ਤਰਾਹ ਕਰਦੀ, ਪਤਾ ਨਹੀਂ ਕਿਤੇ ਤੁਸੀਂ ਗੱਡੀ ਬੜੀ ਸੇਫ ਚਲਾ ਰਹੇ ਜੇ, ਅਗਲਾ ਹੀ ਤੁਹਾਡੇ ਵਿੱਚ ਲਿਆ ਕੇ ਠੋਕਦਾ, ਪਤਾ ਹੀ ਨਹੀਂ ਕਿਹੜੇ ਵੇਲੇ ਕਿੱਥੇ ਕੀ ਘਟਨਾ ਵਾਪਰ ਜਾਣੀ ਹੈ। ਜਾ ਕੇ ਤੁਸੀਂ ਅਮਨਦੀਪ ਹੌਸਪੀਟਲ ਵੇਖੋ, ਉੱਥੇ ਅਗਲਿਆਂ ਕੋਲ ਟਾਈਮ ਹੀ ਨਹੀਂ ਗਾ, ਇੱਕ ਆਪਰੇਸ਼ਨ ਥੀਏਟਰ 'ਚੋਂ ਨਿਕਲਦੇ ਦੂਜੇ ਜਾ ਵੜਦੇ ਨੇ। ਵਜ੍ਹਾ ਹੀ ਕੀ ਹੈ? ਕਿਉਂਕਿ ਅਸੀਂ ਜ਼ਿੰਦਗੀ ਨਾਲ ਆਪ ਖਿਲਵਾੜ ਕਰਨਾ ਸ਼ੁਰੂ ਕਰਤਾ। ਮੈਂ ਅਕਸਰ ਸਟੇਜਾਂ 'ਤੇ ਗੱਲਾਂ ਬੋਲਦਾ ਹੁੰਦਾ ਕਿ ਨਿਯਮ ਹੀ ਇਹ ਹੋਣਾ ਚਾਹੀਦਾ ਕਿ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਸੇਫਟੀ ਬਿਲਡ ਲਾਉਣੀ ਚਾਹੀਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨ ਦੀ ਜ਼ਰੂਰਤ ਹੈ। ਅਸੀਂ ਬਾਅਦ ਵਿੱਚ ਇੱਕ ਦੂਜੇ ਨੂੰ ਬਲੇਮ ਦੇ ਰਹੇ ਹਾਂ। ਰੋਜ਼ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ। ਹਰ ਚੀਜ਼ ਦਾ ਬਲੇਮ ਦੂਜਿਆਂ 'ਤੇ ਦੇਣ ਦੀ ਬਜਾਏ ਆਪਣੇ ਆਪ ਨੂੰ ਸੁਧਾਰਨ ਦੀ ਆਪਾਂ ਕੋਸ਼ਿਸ਼ ਕਰੀਏ। ਹੋ ਸਕਦਾ ਅਸੀਂ ਜ਼ਿੰਦਗੀ 'ਚ ਕੋਈ ਚੰਗੇ ਕੰਮ ਕਰਨ ਦੀ ਪ੍ਰੇਰਨਾ ਲੈ ਸਕੀਏ। ਗੁਰੂ ਬਖਸ਼ਿਸ਼ ਕਰੇ, ਗੁਰੂ ਦੀ ਵਿਚਾਰ ਸਾਡੀ ਜ਼ਿੰਦਗੀ ਦਾ ਆਧਾਰ ਬਣੇ। ਵੀਰ ਪੁਸ਼ਪਿੰਦਰ ਸਿੰਘ ਜਿੰਨੀ ਉਮਰ ਭੋਗ ਕੇ ਗਏ ਨੇ, ਉਹਨਾਂ ਦੇ ਜਿੰਨੇ ਕੁ ਮੈਂ ਆਣ ਕੇ ਹੁਣੇ ਸੁਣਿਆ ਹੈ, ਵੀਰਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਵੀ ਬੜੇ ਮਿੱਠ ਬੋਲਦੇ ਸੀ, ਬੜੀਆਂ ਪਿਆਰ ਨਾਲ ਹਰ ਇੱਕ ਨੂੰ ਹੱਸ ਕੇ ਮਿਲਦੇ ਸੀ। ਇਹ ਗੁਣ ਹੁੰਦੇ ਨੇ। ਕੋਈ ਬੰਦੇ ਨੇ ਸਦਾ ਰਹਿਣਾ ਨਹੀਂ, ਨਾ ਆਪਾਂ ਰਹਿਣਾ ਨਾ ਤੁਸੀਂ ਰਹਿਣਾ, ਪਰ ਕਈ 50-50 70-70 ਸਾਲ ਰਹਿ ਕੇ ਵੀ ਆਪਣੀ ਖੁਸ਼ਬੂ ਨਹੀਂ ਖਿਲਾਰ ਪਾਉਂਦੇ, ਅਤੇ ਕਈ ਥੋੜ੍ਹੇ ਸਮੇਂ 'ਚ ਹੀ ਆਪਣੀ ਖੁਸ਼ਬੂ ਖਿਲਾਰ ਦਿੰਦੇ ਨੇ। ਗੱਲ ਤਾਂ ਇਹ ਹੈ ਕਿ ਤੁਸੀਂ ਕਿਸੇ ਨਾਲ ਚੰਗਾ ਬੋਲੇ ਜੇ, ਕਿਸੇ ਵਕਤ ਆਉਣ 'ਤੇ ਕਿਸੇ ਦੇ ਕੰਮ ਆਏ ਜੇ, ਅਗਲਾ ਯਾਦ ਕਰਦਾ ਕਿ ਭਾਈ ਐਵੇਂ ਨਹੀਂ ਸੀ, ਬੰਦਾ ਬੜਾ ਨੇਕ ਸੀ, ਬਹੁਤ ਬੀਬੀ ਸਿਆਣੀ ਸੀ, ਹਰ ਇੱਕ ਦੇ ਦੁੱਖ ਸੁੱਖ 'ਚ ਸ਼ਾਮਲ ਹੁੰਦੀ ਸੀ। ਆਪਣੇ ਆਪ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਇਸੇ ਕਰਕੇ ਤੇ ਸਤਿਗੁਰੂ ਜੀ ਕਹਿੰਦੇ ਕਿਵੇਂ ਸਚਿਆਰਾ ਹੋਈ ਹੈ, ਸਾਰੇ ਬੋਲੋ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ। ਬਸ ਆਹ ਹੈ ਸਾਰੀ ਬਾਣੀ ਦਾ ਰਹਾਉ ਦਾ ਬੰਦ। ਅਸੀਂ ਸੱਚੇ ਕਿਵੇਂ ਬਣੀਏ, ਸਾਡੇ ਅਤੇ ਉਸ ਪਰਮੇਸ਼ਰ ਦੇ ਦਰਮਿਆਨ ਜਿਹੜੀ ਕੰਧ ਹੈ, ਕੂੜ ਦੀ ਕੰਧ ਹੈ, ਇਹ ਕਿਵੇਂ ਟੁੱਟੇ। ਅਤੇ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਓ ਉਹਦੀ ਰਜਾ ਵਿੱਚ ਤੁਰ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ, ਚੜ੍ਹਦੀ ਕਲਾ ਵਿੱਚ ਰਹਿ ਕੇ। ਅਖੀਰ 'ਤੇ ਬੇਨਤੀ ਹੈ, ਬਾਣੀ ਜ਼ਰੂਰ ਪੜ੍ਹੋ,
ਅੱਜ ਕੱਲ੍ਹ ਤਾਂ ਸਾਰਿਆਂ ਘਰਾਂ ਵਿੱਚ ਸਾਧਨ ਨੇ। ਅੱਜ ਕੱਲ੍ਹ ਸਾਡੇ ਕੋਲ ਲੈਪਟਾਪ ਨੇ, ਆਈਪੈਡ ਹੈ, ਮੋਬਾਈਲ ਵਧੀਆ ਆ ਗਏ। ਭਾਵੇਂ ਥੋੜ੍ਹੀ ਪੜ੍ਹੋ ਪਰ ਆਪਣੇ ਸਤਿਗੁਰ ਦੀ ਬਾਣੀ ਨਾਲ ਰੋਜ਼ ਆਪ ਸਾਂਝ ਪਾਓ। ਦਿਨ ਦੀ ਸ਼ੁਰੂਆਤ ਬਾਣੀ ਤੋਂ ਕਰੋ, ਦਿਨੇ ਟਾਈਮ ਲੱਗੇ ਉਦੋਂ ਪੜ੍ਹੋ, ਕਿਉਂਕਿ ਅੱਜ ਬੰਦੇ ਦੇ ਕੋਲ ਤਨ ਦੀ ਖੁਰਾਕ ਬਾਰੇ ਤਾਂ ਬਹੁਤ ਪ੍ਰਬੰਧ ਹੈ ਪਰ ਮਨ ਦੀ ਖੁਰਾਕ ਦਾ ਪ੍ਰਬੰਧ ਨਹੀਂ ਹੈ। ਮਨ ਕਰਕੇ ਬੇਚੈਨ ਹੈ। ਆਓ ਆਪਣੇ ਮਨ ਨੂੰ ਤ੍ਰਿਪਤ ਕਰੀਏ, ਗੁਰੂ ਦੀ ਬਾਣੀ ਦੀ ਵਿਚਾਰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਈਏ। ਸਾਰਿਆਂ ਦਾ ਧੰਨਵਾਦ ਜੋ ਇਸ ਮੌਕੇ 'ਤੇ ਤੁਸੀਂ ਰਿਸ਼ਤੇਦਾਰ, ਸਾਕ ਸੰਬੰਧੀ, ਦੋਸਤ ਮਿੱਤਰ, ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ। ਵਿਚਾਰਾਂ ਕਰਦੇ ਹਾਂ, ਜਿੰਨੀਆਂ ਵਿਚਾਰਾਂ ਹੋਈਆਂ ਉਹ 'ਚੋਂ ਚੰਗੀ ਲੱਗੀ ਗੁਰੂ ਦੀ ਜਾਣ ਲਿਓ। ਜੇ ਕੋਈ ਭੁੱਲ ਚੁੱਕ ਹੋ ਗਈ ਉਹ ਮੇਰੀ ਸਮਝ ਕੇ ਇੱਥੇ ਛੱਡ ਜਾਇਓ, ਗੁਰੂ ਬਖਸ਼ਿਸ਼ ਕਰੇ। ਆਓ ਪਿੱਛੇ ਪ੍ਰਵਾਨ ਰੂਪ ਮਾਲਕ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਅਤੇ ਗੁਰੂ ਦੇ ਸ਼ਬਦ ਅਨੁਸਾਰ ਰਹਿੰਦੀ ਦੁਨੀਆ ਤੱਕ ਜਿੰਨਾ ਵੀ ਜੀਵਨ ਹੈ ਗੁਰੂ ਦੀ ਰੌਸ਼ਨੀ ਵਿੱਚ ਬਤੀਤ ਹੋ ਸਕੇ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।